ਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ। ਵਾਹਿਗੁਰੂ ਸਾਹਿਬ ਜੀਓ। ਪੌੜੀ। ਸੱਚਾ ਅਲਖ ਆਪਿਓ, ਹਠ ਨਾ ਪਤੀਜਈ। ਇਕ ਗਾਵੈ ਰਾਗ ਪਰੀਆਂ, ਰਾਗ ਨਾ ਭੀਜਈ। ਸੱਚਾ ਅਲਖ ਆਪਿਓ, ਹਠ ਨਾ ਪਤੀਜਈ। ਇਕ ਗਾਵੈ ਰਾਗ ਪਰੀਆਂ, ਰਾਗ ਨਾ ਭੀਜਈ। ਇਕ ਨਚ ਨਚ ਪੂਰਹਿ ਤਾਲ, ਭਗਤ ਨਾ ਕੀਜਈ। ਇਕ ਅੰਨ ਨਾ ਖਾਹੇ ਮੂਰਖ, ਤਿਨਾ ਕਿਆ ਕੀਜਈ। ਤ੍ਰਿਸ਼ਨਾ ਹੋਈ ਬਹੁਤ, ਕਿਵੈ ਨਾ ਧੀਜਈ। ਕਰਮ ਵਧਹਿ ਕੈ ਲੋ, ਖਪ ਮਰੀਜਈ। ਲਾਹ ਨਾਮ ਸੰਸਾਰ, ਅੰਮ੍ਰਿਤ ਪੀਜਈ। ਹਰ ਭਗਤੀ ਅਸਨੇਹ, ਗੁਰਮੁਖ ਕੀਜਈ। ਲਾਹ ਨਾਮ ਸੰਸਾਰ, ਅੰਮ੍ਰਿਤ ਪੀਜਈ। ਹਰ ਭਗਤੀ ਅਸਨੇਹ, ਗੁਰਮੁਖ ਕੀਜਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਸ਼ਾਮ ਦੇ ਸਜੇ ਹੋਏ ਸੁੰਦਰ ਦੀਵਾਨਾਂ ਦੀਆਂ ਆਪ ਜੀ ਹਾਜ਼ਰੀਆਂ ਭਰ ਕੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਬਾਣੀ ਦੇ ਜਿੱਥੇ ਪਾਠ ਸਰਵਣ ਕੀਤੇ ਹਨ, ਉਸ ਤੋਂ ਉਪਰੰਤ ਗੁਰਬਾਣੀ ਕੀਰਤਨ ਦਾ ਆਪ ਜੀਆਂ ਨੇ ਆਨੰਦ ਮਾਣਿਆ ਹੈ। ਚੱਲ ਰਹੀ ਗੁਰਬਾਣੀ ਦੀ ਲੜੀਵਾਰ ਕਥਾ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਉਚਾਰਨ ਕੀਤੀ ਹੋਈ ਮਲਾਰ ਰਾਗ ਦੀ ਜੋ ਵਾਰ ਹੈ, ਉਸ ਦੀ ਵਿਚਾਰ ਚੱਲ ਰਹੀ ਹੈ। ਅੱਜ ਦਾ ਜੋ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਇਹ ਵੀ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਆਪ ਹੀ ਮਤ ਬੁੱਧ ਬਖਸ਼ਿਸ਼ ਕਰਕੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਗੁਰਮਤਿ ਦੀ ਰੌਸ਼ਨੀ ਵਿੱਚ ਸੂਝ ਬੂਝ ਬਖਸ਼ਿਸ਼ ਕਰਕੇ ਕਰਵਾ ਲੈਣ। ਕਰੋ ਕਿਰਪਾ ਸਾਧ ਸੰਗਤ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਸਾਨੂੰ ਮਨ ਦਾ ਟਿਕਾਓ, ਇਕਾਗਰਤਾ ਦੀ ਦਾਤ ਬਖਸ਼ਿਸ਼ ਕਰਨ। ਪਿਆਰ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਅੱਜ ਦੀ ਇਸ ਪਾਵਨ ਪਵਿੱਤਰ ਪੌੜੀ ਦੇ ਅੰਦਰ ਮੇਰੇ ਸਾਹਿਬ ਜ਼ਿਕਰ ਕਰ ਰਹੇ ਨੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਮਨੁੱਖਾਂ ਨੇ ਜੋ ਯਤਨ ਕੀਤੇ ਹਨ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਕਰਮਕਾਂਡੀ ਲੋਕਾਂ ਦਾ ਜ਼ਿਕਰ ਕੀਤਾ ਹੈ ਜਿਹੜੇ ਪ੍ਰਭੂ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਨੂੰ ਪਾਉਣ ਵਾਸਤੇ ਕੇਵਲ ਕਰਮ ਕਾਂਡ ਹੀ ਕਰਦੇ ਹਨ, ਜਿਹਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਕੋਈ ਨਹੀਂ ਹੈ। ਸਭ ਤੋਂ ਪਹਿਲਾਂ ਤੇ ਇਹ ਗੁਰਮੁਖੋ ਜਾਣਨਾ ਜ਼ਰੂਰੀ ਹੈ ਕਿ ਮਨੁੱਖ ਜਿੰਨੀ ਦੇਰ ਤੁਰਦਾ ਨਹੀਂ ਹੈ, ਤੁਰਿਆ ਹੋਇਆ ਮਨੁੱਖ ਅਸਲ ਵਿੱਚ ਖੁੰਝਦਾ ਵੀ ਉਹੀ ਹੈ। ਜਦੋਂ ਆਪਾਂ ਕਿਸੇ ਬੰਨੇ ਜਾਵਾਂਗੇ ਹੀ ਨਹੀਂ, ਤੁਰਾਂਗੇ ਹੀ ਨਹੀਂ, ਘਰੇ ਹੀ ਬੈਠੇ ਰਵਾਂਗੇ ਤੇ ਕੀ ਭੁੱਲਾਂਗੇ। ਕਿਸੇ ਬੰਨੇ ਨੂੰ ਤੁਰਾਂਗੇ ਜਾਵਾਂਗੇ ਫੇਰ ਹੀ ਰਸਤਾ ਮਨੁੱਖ ਤੁਰਦਿਆਂ ਹੋਇਆਂ ਕਈ ਵਾਰ ਰਸਤਾ ਭੁੱਲ ਜਾਂਦਾ ਹੈ। ਪਰ ਸਭ ਤੋਂ ਵੱਡਾ ਉਸ ਬੰਦੇ ਨੂੰ ਮੂਰਖ ਕਿਹਾ ਜਾਂਦਾ ਹੈ ਜਿਸ ਬੰਦੇ ਨੂੰ ਰਸਤਾ ਭੁੱਲਣ ਤੋਂ ਬਾਅਦ ਕੋਈ ਰਸਤਾ ਦੱਸ ਦੇਵੇ ਕਿ ਭਾਈ ਤੂੰ ਕੁਰਾਹੇ ਪੈ ਗਿਆ ਹੈ, ਇਹ ਰਸਤਾ ਠੀਕ ਨਹੀਂ, ਜਿੱਥੇ ਤੂੰ ਜਾਣਾ ਚਾਹੁੰਦਾ ਹੈ ਤੂੰ ਅਸਲ ਵਿੱਚ ਤੁਰਿਆ ਤੇ ਠੀਕ ਸੀ ਪਰ ਰਸਤੇ ਵਿੱਚ ਤੈਨੂੰ ਪਤਾ ਹੀ ਨਹੀਂ ਚੱਲਿਆ, ਤੂੰ ਰਸਤਾ ਜਿਹੜਾ ਹੈ ਬਦਲ ਲਿਆ ਹੈ, ਇਹ ਰਸਤਾ ਠੀਕ ਨਹੀਂ ਹੈ, ਇਹ ਜਿੱਧਰ ਨੂੰ ਤੂੰ ਜਾ ਰਿਹਾ ਹੈ ਇਹ ਬੀਆਬਾਨ ਜੰਗਲ ਅੱਗੇ ਆ ਜਾਣਾ ਹੈ ਤੇ ਉਧਰਲੇ ਬੰਨੇ ਤੇਰਾ ਨੁਕਸਾਨ ਵੀ ਹੋ ਸਕਦਾ ਹੈ, ਇੱਧਰੋਂ ਵਾਪਸ ਹੋ ਜਾ, ਬਦਲ ਜਾ ਆਪਣੇ ਰਸਤੇ ਨੂੰ। ਪਰ ਜੇ ਉਹ ਬੰਦਾ ਇਹ ਕਵੇ ਕਿ ਤੂੰ ਮੈਨੂੰ ਜਿੰਨਾ ਮਰਜ਼ੀ ਕਹਿ ਮੈਂ ਰਸਤਾ ਨਹੀਂ ਬਦਲਣਾ, ਮੈਂ ਤਾਂ ਜਿਹੜਾ ਰਸਤਾ ਫੜਿਆ ਸੀ ਉਸੇ ਤੇ ਤੁਰਿਆ ਆਉਣਾ, ਮੈਂ ਇਸ ਨੂੰ ਤਬਦੀਲ ਨਹੀਂ ਕਰਨਾ, ਮੈਂ ਇਸ ਨੂੰ ਨਹੀਂ ਬਦਲਣਾ, ਤੇ ਉਹ ਆਪਣੇ ਰਸਤੇ ਤੇ ਤੁਰਿਆ ਜਾਵੇ ਤੇ ਆਖਰਕਾਰ ਕੀ ਹੁੰਦਾ ਹੈ, ਜਿੱਥੇ ਉਹ ਪਹੁੰਚਣਾ ਚਾਹੁੰਦਾ ਉੱਥੇ ਪਹੁੰਚਦਾ ਨਹੀਂ ਹੈ। ਫਿਰ ਉਸ ਬੰਦੇ ਦੀ ਜ਼ਿੰਦਗੀ ਦੇ ਵਿੱਚ ਪਛਤਾਵਾ ਪੱਲੇ ਪੈ ਜਾਂਦਾ ਹੈ। ਫਿਰ ਸੋਚਦਾ ਇਨਸਾਨ ਕਿ ਜੇ ਮੈਂ ਉਸ ਦੀ ਗੱਲ ਉਦੋਂ ਮੰਨ ਲੈਂਦਾ ਤੇ ਮੈਂ ਅੱਜ ਆਹ ਦਿਨ ਨਾ ਵੇਖਦਾ ਜਿਹੜਾ ਮੈਂ ਭੁੱਲਿਆ ਭਟਕਿਆ ਹੋਇਆ ਵੇਖਦਾ ਪਿਆ। ਅੱਜ ਦੇ ਸ਼ਬਦ ਵਿੱਚ ਗੁਰੂ ਸਾਹਿਬ ਜੀ ਕੁਝ ਅਜਿਹਾ ਹੀ ਕਹਿ ਰਹੇ ਹਨ। ਸ਼ਬਦ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਪਹਿਲੀ ਪੰਕਤੀ ਦੇ ਅੰਦਰ ਇੱਕ ਸ਼ਬਦ ਵਰਤਿਆ ਹੈ, ਹਠ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਹੜਾ ਸੱਚਾ ਪਰਮਾਤਮਾ ਹੈ, ਜਿਹਨੂੰ ਲਖਿਆ ਨਹੀਂ ਜਾ ਸਕਦਾ, ਜਿਹਦਾ ਕੋਈ ਭੇਦ ਨਹੀਂ ਪਾ ਸਕਦਾ, ਉਸ ਪਰਮਾਤਮਾ ਨੂੰ ਕੋਈ ਵੀ ਜੀਵ ਹੱਠ ਦੇ ਨਾਲ ਪ੍ਰਾਪਤ ਨਹੀਂ ਕਰ ਸਕਦਾ। ਪਹਿਲਾ ਸ਼ਬਦ ਆਇਆ ਹਠ। ਹਠ ਸ਼ਬਦ ਨੂੰ ਥੋੜ੍ਹਾ ਜਿਹਾ ਸਮਝਣਾ ਬੜਾ ਜ਼ਰੂਰੀ ਹੈ। ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਨੇ ਇਹਦੇ ਬੜੇ ਪਿਆਰੇ ਅਰਥ ਕੀਤੇ ਨੇ। ਭਾਈ ਕਾਹਨ ਸਿੰਘ ਨਾਭਾ ਜੀ ਕਹਿੰਦੇ ਨੇ ਹਠ ਜਿਹੜਾ ਸ਼ਬਦ ਹੈ ਇਹਨੂੰ ਉਹਨਾਂ ਨੇ ਦੋ ਤਰੀਕਿਆਂ ਨਾਲ ਲਿਆ ਹੈ। ਕਹਿੰਦੇ ਇੱਕ ਹੈ ਮਲੀਨ ਹਠ, ਇੱਕ ਹੈ ਉੱਤਮ ਹਠ। ਮਲੀਨ ਹਠ ਦੇ ਅਰਥ ਇਹ ਕਰਦੇ ਨੇ ਕਿ ਜਿਹੜਾ ਇਨਸਾਨ ਪਤਾ ਲੱਗ ਜੇ ਉਹਨੂੰ ਵੀ ਮੈਂ ਕਰਮ ਕਾਂਡ ਜਿਹੜੇ ਕਰਦਾ ਪਿਆ ਹਾਂ ਤੇ ਉਹਨੂੰ ਸਮਝ ਵੀ ਆ ਜਾਵੇ ਵੀ ਇਹ ਕਰਮ ਕਾਂਡ ਨੇ, ਫੋਕੇ ਨੇ, ਇਹਨਾਂ ਦਾ ਕੋਈ ਲਾਭ ਨਹੀਂ, ਪਰ ਉਹ ਜਿੱਦ ਨਾ ਆਪਣੀ ਛੱਡੇ, ਉਹ ਕਰਮ ਕਾਂਡ ਕਰੀ ਜਾਵੇ, ਇਹਨੂੰ ਕਹਿੰਦੇ ਮਲੀਨ ਹਠ। ਦੂਜਾ ਉੱਤਮ ਹਠ ਕਿਹੜਾ ਹੈ? ਉੱਤਮ ਹਠ ਉਹ ਹੈ ਜਿਸ ਨੂੰ ਅਸੀਂ ਅਰਦਾਸ ਵਿੱਚ ਕਹਿੰਦੇ ਕਿ ਹੱਠੀਆਂ ਜਪੀਆਂ ਤਪੀਆਂ। ਵੇਖੋ ਉੱਥੇ ਅਸੀਂ ਹੱਠੀਆਂ ਨੂੰ ਯਾਦ ਕਰਦੇ ਹਾਂ ਤੇ ਕੋਈ ਸਵਾਲ ਕਰ ਸਕਦਾ ਜੇ ਹੱਠ ਗੁਰਮਤਿ ਵਿੱਚ ਪ੍ਰਵਾਨ ਨਹੀਂ ਫਿਰ ਹੱਠੀਆਂ ਨੂੰ ਯਾਦ ਕਿਉਂ ਕੀਤਾ ਜਾਂਦਾ? ਉੱਤਮ ਹੱਠ ਦਾ ਮਤਲਬ ਇਹ ਹੈ ਕਿ ਜਿਹੜਾ ਆਪਣੇ ਸਿਧਾਂਤ ਦੇ ਉੱਤੇ, ਧਰਮ ਦੇ ਉੱਤੇ ਪੂਰਨ ਤੌਰ ਤੇ ਕਾਇਮ ਰਹਿੰਦਿਆਂ ਹੋਇਆਂ ਆਪਣੇ ਸਰੀਰ ਦੇ ਉੱਤੇ ਕਸ਼ਟ ਝੱਲ ਜਾਵੇ ਪਰ ਆਪਣੇ ਧਰਮ ਤੋਂ, ਆਪਣੇ ਸੱਚ ਤੋਂ ਪੈਰ ਨਾ ਪਛਾਂ ਹਟਾਵੇ, ਉਹਨੂੰ ਕਹਿੰਦੇ ਉੱਤਮ ਹੱਠ। ਕਿ ਸਿਧਾਂਤ ਉੱਤੇ ਰਹਿੰਦਿਆਂ ਹੋਇਆਂ, ਦ੍ਰਿੜ ਸਿਧਾਂਤ ਦੇ ਉੱਤੇ ਚੱਲਦਿਆਂ ਹੋਇਆਂ ਆਪਣੀ ਜ਼ਿੰਦਗੀ ਦੀ ਬਾਜੀ ਵੀ ਲਾ ਜਾਵੇ, ਉਹਨੂੰ ਕਹਿੰਦੇ ਨੇ ਇਹ ਉੱਤਮ ਹੱਠ ਹੈ, ਉਹ ਗੁਰਮਤਿ ਵਿੱਚ ਪ੍ਰਵਾਨ। ਅਸੀਂ ਦੋਨਾਂ ਨੂੰ ਅੱਜ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਅਸੀਂ ਮਲੀਨ ਹੱਠ ਦੀ ਗੱਲ ਕਰਾਂਗੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਮੇਰੇ ਸਾਹਿਬ ਜੀ ਕਹਿੰਦੇ ਨੇ, ਮਨ ਹੱਠ ਕਿਨੇ ਨਾ ਪਾਇਓ। ਜਿਹੜੇ ਜੀਵ ਮਨ ਦਾ ਹੱਠ ਕਰਕੇ ਬੈਠ ਗਏ ਉਹਨਾਂ ਨੇ ਪਰਮਾਤਮਾ ਦੀ ਕੋਈ ਪ੍ਰਾਪਤੀ ਨਾ ਕੀਤੀ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਮਨ ਹੱਠ ਭੇਖ ਕਰ ਭਰਮ ਦੇ। ਜਿਹੜੇ ਜੀਵ ਕੇਵਲ ਮਨ ਦਾ ਹੱਠ ਲੈ ਕੇ ਭਰਮਦੇ ਰਹੇ, ਭਟਕਦੇ ਰਹੇ, ਉਹਨਾਂ ਨੂੰ ਪ੍ਰਭੂ ਪਰਮਾਤਮਾ ਦੀ ਕੋਈ ਵੀ ਪ੍ਰਾਪਤੀ ਨਾ ਹੋਈ।
ਜਿਹੜੇ ਜੀਵ ਇਹ ਸਮਝ ਬੈਠੇ ਕਿ ਮਨ ਦਾ ਹੱਠ ਇਹ ਕਰ ਲਿਆ ਕਿ ਮੈਂ ਆਪਣੇ ਤਨ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਬਸਤਰ ਨਹੀਂ ਪਾਉਣਾ, ਹੱਠ ਕਰ ਲਿਆ ਉਹਨੇ। ਇੱਕ ਜੀਵ ਨੇ ਆ ਹੱਠ ਇਹ ਕਰ ਲਿਆ ਕਿ ਮੈਂ ਬਰਫ਼ ਦੇ ਵਿੱਚ ਬੈਠਣਾ ਹੈ ਤੇ ਬਰਫ਼ ਹੀ ਆਪਣੇ ਠੰਡਾ ਪਾਣੀ ਉੱਤੇ ਪਵਾਉਣਾ, ਹੱਠ ਕਰਕੇ ਬੈਠ ਗਿਆ, ਕੋਈ ਲਾਭ ਨਾ ਹੋਇਆ। ਕਿਸੇ ਨੇ ਹੱਠ ਕਰ ਲਿਆ ਕਿ ਮੈਂ ਗਰਮੀਆਂ ਦੇ ਦਿਨਾਂ ਵਿੱਚ ਧੂਣੀਆਂ ਤਪਾ ਕੇ ਬੈਠਣਾ ਹੈ, ਹੱਠੀ ਬਣ ਕੇ ਬਹਿ ਗਿਆ, ਕੋਈ ਲਾਭ ਪ੍ਰਾਪਤ ਨਾ ਹੋਇਆ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਹਨਾਂ ਲੋਕਾਂ ਦੇ ਨਾਲ ਵਾਹ ਪੈਂਦਾ ਰਿਹਾ ਹੈ ਜਿਹੜੇ ਮਲੀਨ ਹੱਠ ਵਾਲੇ ਲੋਕ ਸਨ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀਆਂ ਪ੍ਰਚਾਰ ਫੇਰੀਆਂ ਰਾਹੀਂ, ਆਪਣੀਆਂ 4 ਉਦਾਸੀਆਂ ਦੇ ਰਾਹੀਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਲੋਕਾਂ ਨੂੰ ਉਹਨਾਂ ਦੇ ਮਲੀਨ ਹੱਠ ਤੋਂ ਰੋਕ ਕੇ ਮੇਰੇ ਸਾਹਿਬ ਨੇ ਕਿਹਾ ਹੱਠ ਉੱਤਮ ਕਰੋ, ਮਲੀਨ ਨਹੀਂ, ਉੱਤਮ ਹੱਠ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਨੇ ਜੋੜਿਆ ਹੈ। ਇਹ ਗੱਲ ਹੋਰ ਸਮਝ ਲੈਣੀ ਚਾਹੀਦੀ ਹੈ ਕਿ ਗੁਰਮੁਖੋ ਹੱਠ ਤੋਂ ਬਿਨਾਂ ਜ਼ਿੰਦਗੀ ਵਿੱਚ ਸਫਲਤਾ ਵੀ ਕੋਈ ਨਹੀਂ ਜੇ ਮਿਲਦੀ। ਜਿਵੇਂ ਹੁਣੇ ਤੁਸੀਂ ਉਦਾਹਰਨ ਲੈ ਲਓ ਵੀ ਬਾਹਰ ਇੰਨੀ ਸਨੋ ਪੈਂਦੀ ਹੋਵੇ, ਹਵਾ ਚੱਲਦੀ ਹੋਵੇ, ਪੂਰੀ ਠੰਡ ਹੋਵੇ ਤੇ ਬੰਦਾ ਫਿਰ ਵੀ ਕਵੇ ਵੀ ਮੈਂ ਸੰਗਤ 'ਚ ਜਾਣਾ ਹੀ ਜਾਣਾ, ਤੇ ਹੱਠੀ ਬੰਦਾ ਹੀ ਆ ਸਕਦਾ ਹੈ ਨਾ, ਇਹ ਵੀ ਹੱਠ ਹੀ ਹੈ ਨਾ। ਹੱਠੀ ਬੰਦਾ ਹੀ ਆ ਸਕਦਾ ਵੀ ਮੈਂ ਜਾਣਾ ਹੀ ਜਾਣਾ ਗੁਰਦੁਆਰੇ, ਮੈਂ ਗੁਰੂ ਮਹਾਰਾਜ ਦੇ ਚਰਨਾਂ ਦੀ ਹਾਜ਼ਰੀ ਭਰਨੀ ਹੀ ਭਰਨੀ ਹੈ, ਭਾਵੇਂ ਕਿੰਨੀ ਵੀ ਠੰਡ ਕਿਉਂ ਨਾ ਹੋਵੇ। ਇਹਨੂੰ ਉੱਤਮ ਹੱਠ ਕਿਹਾ ਜਾਂਦਾ ਹੈ, ਇਹਨੂੰ ਮਲੀਨ ਹੱਠ ਨਹੀਂ। ਉਹਦੇ ਮਨ ਵਿੱਚ ਗੁਰੂ ਪ੍ਰਤੀ, ਸੰਗਤ ਪ੍ਰਤੀ, ਸਤਿਗੁਰਾਂ ਦੀ ਬਾਣੀ ਪ੍ਰਤੀ ਉਹਦੇ ਮਨ ਵਿੱਚ ਚਾਉ ਹੈ ਕਿ ਝੱਖੜ ਝਾਂਗੀ ਮੀਂਹ ਵਸੈ, ਭੀ ਗੁਰ ਦੇਖਣ ਜਾਏ। ਭਾਵੇਂ ਕਿੰਨੀ ਵੀ ਹਨੇਰੀ ਮੀਂਹ ਪੈਂਦਾ ਹੋਵੇ, ਜਿਹਦੇ ਅੰਦਰ ਗੁਰੂ ਪ੍ਰਤੀ ਪਿਆਰ ਹੁੰਦਾ ਫਿਰ ਉਹ ਚੱਲ ਪੈਂਦਾ ਹੈ। ਮੈਂ ਦੇਖਦਾ ਕਿ ਜਦੋਂ ਅੰਮ੍ਰਿਤ ਵੇਲੇ ਵੀ ਸੰਗਤਾਂ ਆਉਂਦੀਆਂ ਨੇ, ਵਾਹਿਗੁਰੂ ਦਾ ਜਾਪ ਹੁੰਦਾ, ਉਸ ਵੇਲੇ ਵੀ ਸੰਗਤਾਂ ਅੰਮ੍ਰਿਤ ਵੇਲੇ ਵੀ ਆਉਂਦੀਆਂ ਨੇ, ਤਾਂ ਕਈ ਵਾਰ ਜਿਹੜਾ ਪਤਾ ਚੱਲਦਾ ਜਦੋਂ ਸੰਗਤਾਂ ਆਉਂਦੀਆਂ ਕਿ ਬਾਹਰ ਬਹੁਤ ਜ਼ਿਆਦਾ ਠੰਡ ਹੈ, ਬੜੀ ਸੀਤ ਵਰਦੀ ਪਈ ਹੈ, ਤੇ ਫਿਰ ਉਦੋਂ ਹੀ ਮਨ 'ਚ ਸੋਚੀਦਾ ਹੈ ਕਿ ਮਹਾਰਾਜ ਸੱਚਮੁੱਚ ਜਿਹੜੇ ਤੁਸੀਂ ਹੱਠਾਂ ਦੀ ਗੱਲ ਕਰਦੇ ਹੋ, ਗੁਰਮਤਿ ਵਿੱਚ ਉਹ ਹੱਠ ਪ੍ਰਵਾਨ ਹੈ, ਕਿਉਂਕਿ ਹੱਠੀ ਬੰਦਾ ਹੀ ਅਸਲ ਵਿੱਚ ਕਿਸੇ ਮੰਜ਼ਿਲ ਤੇ ਪਹੁੰਚ ਸਕਦਾ ਹੈ। ਤੁਸੀਂ ਇਹ ਕਹਿ ਲਓ ਕਿ ਜਿਸ ਬੰਦੇ ਨੇ ਅੰਮ੍ਰਿਤ ਵੇਲੇ ਉੱਠਣਾ ਹੈ, ਜੇ ਹੱਠੀ ਨਹੀਂ ਹੋਵੇਗਾ ਤੇ ਉੱਠ ਹੀ ਨਹੀਂ ਸਕੇਗਾ। ਹੱਠੀ ਹੋਵੇਗਾ ਤੇ ਜਦੋਂ ਅੰਮ੍ਰਿਤ ਵੇਲਾ ਹੋਵੇਗਾ ਉਹ ਇੱਕਦਮ ਆਪਣੇ ਉੱਤੋਂ ਰਜ਼ਾਈ ਲਾ ਕੇ ਪਰਾਂ ਮਾਰੇਗਾ ਕਿ ਭਾਈ ਮੇਰਾ ਅੰਮ੍ਰਿਤ ਵੇਲਾ ਹੋ ਗਿਆ, ਮੈਂ ਇਸ ਅੰਮ੍ਰਿਤ ਵੇਲੇ ਨੂੰ ਖਿਜਾਉਣਾ ਨਹੀਂ ਚਾਹੁੰਦਾ। ਇਹ ਵੀ ਹੱਠੀ ਬੰਦਾ ਹੀ ਉੱਠ ਸਕਦਾ ਹੈ, ਆਲਸੀ ਬੰਦਾ ਕਿੱਦਾਂ ਉੱਠ ਜਾਏਗਾ। ਸੋ ਇਹ ਜਿਹੜਾ ਹੱਠ ਸ਼ਬਦ ਸਮਝਣਾ ਸਾਨੂੰ ਬੜਾ ਜ਼ਰੂਰੀ ਹੈ ਕਿ ਹੱਠ ਹੀ ਮਨੁੱਖ ਨੂੰ ਆਪਣੀ ਮੰਜ਼ਿਲ ਤੇ ਪਹੁੰਚਾਉਂਦਾ। ਜਦੋਂ ਕੋਈ ਮਨੁੱਖ ਇਹ ਹੱਠ ਕਰ ਜਾਂਦਾ ਕਿ ਮੈਂ ਇਸ ਮੰਜ਼ਿਲ ਤੇ ਪਹੁੰਚਣਾ ਹੀ ਪਹੁੰਚਣਾ, ਮੰਨ ਲਓ ਬੱਚਾ ਹੀ ਹੈ ਕੋਈ, ਤੁਸੀਂ ਲੈ ਲਓ ਬੱਚਾ ਪੜ੍ਹਾਈ ਕਰਦਾ ਤੇ ਪੜ੍ਹਦਿਆਂ ਉਹਨੇ ਇੱਕ ਹੱਠ ਕਰ ਲਿਆ ਹੈ ਕਿ ਮੈਂ ਇਸ ਮੰਜ਼ਿਲ ਤੱਕ ਪਹੁੰਚਣ ਲਈ ਦਿਨ ਰਾਤ ਇੱਕ ਕਰ ਦੇਣਾ ਹੈ, ਮੈਂ ਮਿਹਨਤ ਕਰਨੀ ਹੈ, ਦਿਨ ਰਾਤ ਮਿਹਨਤ ਕਰਨੀ ਹੈ। ਤੇ ਉਹ ਜੇ ਦਿਨ ਰਾਤ ਮਿਹਨਤ ਕਰੇਗਾ ਤੇ ਆਪਣੀ ਮੰਜ਼ਿਲ ਤੇ ਪਹੁੰਚ ਵੀ ਜਾਵੇਗਾ। ਇਹ ਹੱਠ ਜਿਹੜੇ ਹਨ ਸ਼ੁਭ ਹੱਠ ਕਿਹਾ ਜਾ ਸਕਦਾ ਹੈ, ਪਵਿੱਤਰ ਹੱਠ ਕਿਹਾ ਜਾ ਸਕਦਾ, ਜਿਹਦੇ ਨਾਲ ਮਨੁੱਖ ਨੇ ਆਪਣਾ ਨਿਸ਼ਾਨਾ ਮਿਥ ਲਿਆ ਤੇ ਨਿਸ਼ਾਨੇ ਤੇ ਪਹੁੰਚ ਜਾਂਦਾ ਹੈ। ਪਰ ਸਾਹਿਬ ਜੀ ਕਹਿੰਦੇ ਨੇ ਧਰਮ ਦੀ ਦੁਨੀਆ ਦੇ ਅੰਦਰ ਜਿਨ੍ਹਾਂ ਲੋਕਾਂ ਨੇ ਨਿਸ਼ਾਨਾ ਮਿਥਿਆ ਪਰਮਾਤਮਾ ਤੱਕ ਪਹੁੰਚਣਾ, ਤੇ ਉਹਨਾਂ ਨੇ ਜਿਹੜਾ ਹੱਠ ਗਲਤ ਚੁਣ ਲਿਆ, ਸਹੀ ਨਾ ਚੁਣਿਆ, ਗਲਤ ਹੱਠ ਇਹ ਚੁਣ ਲਿਆ ਵੀ ਸਰੀਰ ਨੂੰ ਕਸ਼ਟ ਦੇਣ ਲੱਗ ਪਏ, ਸਰੀਰ ਨੂੰ ਦੁੱਖ ਦੇਣ ਲੱਗ ਪਏ। ਫਿਰ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਵਾਹ ਪੈਂਦਾ ਇਹੋ ਜਿਹੇ ਲੋਕਾਂ ਦੇ ਨਾਲ, ਤੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਨੂੰ ਸਮਝਾਉਂਦੇ ਨੇ। ਮੇਰੇ ਸਾਹਿਬ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਜਾਂਦੇ ਨੇ ਹਸਨ ਅਬਦਾਲ ਤੋਂ ਅੱਗੇ ਜੇਹਲਮ ਨੂੰ ਪਾਰ ਕਰਕੇ ਇੱਕ ਪਿੰਡ ਦਾ ਜ਼ਿਕਰ ਕੀਤਾ ਹੈ। ਬਬਾਣੀਆਂ ਕਹਾਣੀਆਂ ਨਾਮ ਦੀ ਇੱਕ ਪੁਸਤਕ ਹੈ, ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਲਿਖੀ ਹੈ, ਤੇ ਉਹਦੇ 'ਚ ਇਹਨਾਂ ਨੇ ਇਹ ਹਵਾਲਾ ਦਿੱਤਾ ਹੈ। ਉਹਦੇ 'ਚੋਂ ਲਿਖਦੇ ਨੇ ਕਿ ਇੱਕ ਡਿੰਗਾ ਪਿੰਡ ਆਉਂਦਾ ਹੈ, ਜੇਹਲਮ ਨੂੰ ਪਾਰ ਕਰਕੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ ਨੇ ਹਸਨ ਅਬਦਾਲ ਵਾਲੀ ਸਾਈਡ ਤੋਂ, ਤੇ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਡਿੰਗੇ ਪਿੰਡ ਵਿੱਚ ਪਹੁੰਚੇ ਨੇ, ਤੇ ਕੀ ਦੇਖਦੇ ਨੇ ਕਿ ਢੋਲ ਵਾਲਾ ਢੋਲ ਵਜਾਉਂਦਾ ਪਿਆ ਸੀ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਕਿਹਾ, ਭਾਈ ਮਰਦਾਨਾ ਜੀ ਇਹ ਜਿਹੜਾ ਮਨੁੱਖ ਢੋਲ ਵਜਾਉਂਦਾ ਪਿਆ ਹੈ ਇਹਨੂੰ ਬੁਲਾ ਕੇ ਲਿਆਓ ਸਾਡੇ ਕੋਲੇ। ਭਾਈ ਮਰਦਾਨਾ ਜੀ ਨੇ ਢੋਲ ਵਾਲੇ ਨੂੰ ਲਿਆਂਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲੇ। ਸਾਹਿਬ ਪੁੱਛਦੇ ਨੇ ਭਾਈ ਢੋਲ ਵਾਲੇ ਵੀ ਤੂੰ ਢੋਲ ਹੀ ਵਜਾਈ ਦਿੰਦਾ ਹੈ, ਕੀ ਸੁਨੇਹਾ ਦੇਣਾ ਚਾਹੁੰਦਾ ਹੈ? ਕਿਉਂਕਿ ਪੁਰਾਣਿਆਂ ਸਮਿਆਂ 'ਚ ਐਸਾ ਹੀ ਹੁੰਦਾ ਸੀ, ਜਦੋਂ ਕੋਈ ਸੁਨੇਹਾ ਦੇਣਾ ਹੁੰਦਾ ਸੀ ਤੇ ਢੋਲ ਵਾਲਾ ਢੋਲ ਵਜਾਉਂਦਾ ਸੀ, ਲੋਕ ਇਕੱਠੇ ਹੋ ਜਾਂਦੇ ਸੀ, ਫਿਰ ਉਹ ਰਾਜੇ ਦਾ ਸੁਨੇਹਾ ਲੋਕਾਂ ਤੱਕ ਪਹੁੰਚਾ ਦਿੰਦਾ ਸੀ। ਗੁਰੂ ਨਾਨਕ ਦੇਵ ਜੀ ਕਹਿੰਦੇ ਕੀ ਸੁਨੇਹਾ ਦੇਣਾ ਚਾਹੁੰਦਾ ਤੂੰ ਇਸ ਢੋਲ ਦੇ ਨਾਲ? ਤੇ ਕਹਿੰਦਾ ਮਹਾਰਾਜ ਮੈਂ ਇਸ ਢੋਲ ਦੇ ਨਾਲ ਇਹ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਇਸ ਡਿੰਗੇ ਪਿੰਡ ਵਿੱਚ ਇੱਕ ਜੋਗੀ ਬੈਠਾ ਹੋਇਆ ਹੈ, ਚਲੀਸਾ ਕੱਟਦਾ ਪਿਆ। ਉਹਨੇ 40 ਦਿਨ ਪੂਰੇ ਹੋਣ ਤੋਂ ਬਾਅਦ ਜਦੋਂ ਬਾਹਰ ਨਿਕਲਣਾ ਹੈ
ਤੇ ਲੋਕਾਂ ਨੇ ਉਹਦੇ ਦਰਸ਼ਨ ਕਰਨ ਵਾਸਤੇ ਆਉਣ ਤੇ ਬਹੁਤ ਜੋਗੀ ਦੀਆਂ ਉਹਨਾਂ ਉੱਤੇ ਖੁਸ਼ੀਆਂ ਹੋਣਗੀਆਂ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਾਣੀ ਜਾਣ ਆਪ ਹੀ ਤਾਂ ਭਲਾ ਕਰਨ ਵਾਸਤੇ ਜਾਂਦੇ ਸਨ। ਮੇਰੇ ਸਾਹਿਬ ਨੇ ਕਿਹਾ ਮਲੀਨ ਹੱਥ ਵਾਲੇ ਨੂੰ ਅੱਜ ਇਸ ਮਲੀਨ ਹੱਥ ਤੋਂ ਰੋਕਣਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਢੋਲ ਵਾਲੇ ਨੂੰ ਕਹਿੰਦੇ ਢੋਲ ਬੰਦ ਕਰ ਦੇ। ਉਹਨੇ ਢੋਲ ਬੰਦ ਕਰ ਦਿੱਤਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਢੋਲ ਲੈ ਕੇ ਆਪਣੇ ਘਰੇ ਚਲਿਆ ਜਾ। ਤੇ ਕਹਿੰਦਾ ਮਹਾਰਾਜ ਉਹਨੇ ਜੋਗੀ ਨੇ ਨਾਰਾਜ਼ ਹੋਣਾ। ਗੁਰੂ ਸਾਹਿਬ ਕਹਿੰਦੇ ਅਸੀਂ ਜਾਣੀਏ ਜੋਗੀ ਜਾਣੇ, ਤੂੰ ਆਪਣੇ ਘਰ ਚਲਿਆ ਜਾ। ਤੇ ਹਾਂ ਇੱਕ ਗੱਲ ਹੈ, ਜਿਸ ਦਿਨ ਸਾਨੂੰ ਇਸ ਢੋਲ ਵਜਾਉਣ ਦੀ ਲੋੜ ਪਵੇਗੀ ਤੈਨੂੰ ਸੱਦ ਕੇ ਲੈ ਆਵਾਂਗੇ ਘਰੋਂ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ 2-4 ਦਿਨ ਉਸ ਪਿੰਡ ਵਿੱਚ ਰਹੇ। ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਪੁੱਛ ਲਿਆ ਪਹਿਲਾਂ ਉਸ ਢੋਲ ਵਾਲੇ ਨੂੰ ਵੀ ਕਿੰਨੇ ਦਿਨ ਹੋ ਗਏ ਇਹਨੂੰ ਬੈਠੇ ਨੂੰ। ਉਹਨੇ ਕਿਹਾ ਮਹਾਰਾਜ ਬਸ 1-2 ਦਿਨਾਂ 'ਚ ਇਹਦੇ 40 ਦਿਨ ਪੂਰੇ ਹੋਣ ਹੀ ਵਾਲੇ ਨੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਮਰਦਾਨੇ ਨੂੰ ਕਹਿੰਦੇ ਭਾਈ ਮਰਦਾਨਾ ਇੱਥੇ ਟਿਕੇ ਰਹਿਣਾ ਹੈ। ਮੇਰੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਉਸ ਨਗਰ ਵਿੱਚ 2-4 ਦਿਨ ਰਹੇ। ਤੇ ਜਿਸ ਦਿਨ ਜੋਗੀ ਦੇ 40 ਦਿਨ ਪੂਰੇ ਹੋਏ ਉਹ ਆਪਣੀ ਉਸ ਭੋਰੇ 'ਚੋਂ ਜਦੋਂ ਬਾਹਰ ਨਿਕਲਿਆ ਤੇ ਕੀ ਦੇਖਦਾ, ਬਾਹਰ ਕੁਟੀਆ ਤੋਂ ਨਿਕਲ ਕੇ ਉਹਨੇ ਵੇਖਿਆ ਵੀ ਇੱਕ ਵੀ ਆਦਮੀ ਬਾਹਰ ਨਹੀਂ ਆਇਆ। ਕੋਈ ਆਦਮੀ ਹੈ ਹੀ ਨਹੀਂ ਸੀ ਬਾਹਰ। ਤੇ ਕਹਿੰਦੇ ਨੇ ਜੋਗੀ ਆਲਾ ਦੁਆਲਾ ਵੇਖਿਆ ਤੇ ਗਸ਼ ਖਾ ਕੇ ਡਿੱਗ ਪਿਆ। ਇਸ ਕਰਕੇ ਡਿੱਗ ਪਿਆ ਵੀ ਚਲੀਸਾ ਕੱਟਿਆ, 40 ਦਿਨ ਸਰੀਰ ਨੂੰ ਕਸ਼ਟ ਦਿੱਤੇ, ਇਸ ਕਰਕੇ ਦਿੱਤੇ ਕਿ ਵਾਵਾ ਲੋਕੀ ਕਰਨਗੇ, ਆਉਣਗੇ ਲੋਕ ਇਕੱਠੇ ਹੋਣਗੇ। ਤੇ ਜਦੋਂ ਉਸ ਲੋਕਾਂ ਦੇ ਇਕੱਠ ਵਿੱਚ ਚਰਚਾ ਹੋਵੇਗੀ ਬੱਲੇ ਬਈ 40 ਦਿਨ ਇਸ ਜੋਗੀ ਨੇ ਕੁਝ ਖਾਧਾ ਨਹੀਂ, ਕੁਝ ਪੀਤਾ ਨਹੀਂ, ਤੇ ਮੇਰੀ ਪ੍ਰਭਤਾ ਹੋਵੇਗੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਮਰਦਾਨੇ ਨੂੰ ਕਹਿੰਦੇ ਮਰਦਾਨਿਆ ਆ ਚੱਲੀਏ ਇਸ ਜੋਗੀ ਦੇ ਕੋਲੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ ਤੇ ਇਹ ਜਿਹੜਾ ਜੋਗੀ ਸੀ ਬੇਹੋਸ਼ ਹੋ ਕੇ ਡਿੱਗਿਆ ਪਿਆ। ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਮਰਦਾਨੇ ਨੂੰ ਮਰਦਾਨਿਆ ਬਈ ਢੋਲ ਵਾਲੇ ਨੂੰ ਸੱਦ ਕੇ ਲਿਆ। ਭਾਈ ਮਰਦਾਨਾ ਢੋਲ ਵਾਲੇ ਨੂੰ ਸੱਦਣ ਗਿਆ। ਢੋਲ ਵਾਲਾ ਆ ਗਿਆ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਵੀ ਅੱਜ ਤੇਰੇ ਢੋਲ ਦੀ ਜ਼ਰੂਰਤ ਪਈ ਹੈ, ਵਜਾ ਆਪਣਾ ਢੋਲ। ਜਦੋਂ ਢੋਲ ਵਾਲੇ ਨੇ ਢੋਲ ਵਜਾਇਆ ਤੇ ਉਧਰ ਜਦੋਂ ਢੋਲ ਵੱਜਦਾ ਪਿਆ ਸੀ ਲੋਕ ਘਰਾਂ ਚੋਂ ਬਾਹਰ ਨਿਕਲ ਆਏ। ਜਦੋਂ ਲੋਕ ਬਾਹਰ ਨਿਕਲ ਆਏ ਘੇਰਾ ਲੋਕਾਂ ਦਾ ਕਾਫੀ ਇਕੱਠ ਹੋ ਗਿਆ। ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਜੋਗੀ ਦੇ ਕੋਲ ਖੜੇ, ਭਾਈ ਮਰਦਾਨਾ ਕੋਲ ਖੜਾ ਹੈ ਤੇ ਢੋਲ ਵੱਜਦਾ ਪਿਆ ਸੀ। ਜਦੋਂ ਲੋਕ ਇਕੱਠੇ ਹੋਏ ਤੇ ਉਸ ਜੋਗੀ ਦੀ ਅੱਖ ਖੁੱਲੀ। ਜਦੋਂ ਅੱਖ ਖੋਲ ਕੇ ਵੇਖਿਆ ਲੋਕ ਬੜੇ ਇਕੱਠੇ ਹੋਏ ਨੇ, ਚਾਰ ਚਫੇਰੇ ਲੋਕ ਬੜੇ ਇਕੱਠੇ ਹੋਏ ਨੇ। ਜੋਗੀ ਉੱਠ ਪਿਆ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਢੋਲ ਵਾਲੇ ਨੂੰ ਕਿਹਾ ਹੁਣ ਢੋਲ ਆਪਣਾ ਬੰਦ ਕਰ ਦੇ, ਤੇਰਾ ਕੰਮ ਸਿਰਫ ਇੰਨਾ ਹੀ ਸੀ। ਉਹਨੇ ਢੋਲ ਬੰਦ ਕਰ ਦਿੱਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਜੋਗੀ ਨੂੰ ਪੁੱਛਦੇ ਨੇ ਵੀ 40 ਦਿਨਾਂ ਬਾਅਦ ਤੁਸੀਂ ਜਦੋਂ ਬਾਹਰ ਨਿਕਲੇ ਗਸ਼ ਖਾ ਕੇ ਕਿਉਂ ਡਿੱਗ ਪਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਤੇਰੇ ਡਿੱਗਣ ਦਾ ਕਾਰਨ ਤਾਂ ਸਮਝ ਲੱਗਣੀ ਚਾਹੀਦੀ, ਕਿਉਂ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਬਚਨ ਸੁਣ ਕੇ ਜੋਗੀ ਨੂੰ ਸਮਝ ਲਓ ਵੀ ਇਉਂ ਲੱਗਿਆ ਕਿ ਮੈਨੂੰ ਸਵਾਲ ਕਿਵੇਂ ਕਿਸੇ ਨੇ ਕਰਤਾ। ਇਹ ਤਾਂ ਲੋਕ ਮੈਨੂੰ ਚਾਹੀਦਾ ਸੀ ਵੀ ਮੈਨੂੰ ਵਾਵਾ ਕਰਦੇ, ਮੇਰੇ ਪੈਰਾਂ ਤੇ ਡਿੱਗਦੇ, ਪਰ ਮੇਰੇ ਤੇ ਸਵਾਲ ਇਸ ਫਕੀਰ ਬਾਬੇ ਨੇ ਕਰਤਾ ਵੀ ਤੂੰ ਗਸ਼ ਖਾ ਕੇ ਕਿਉਂ ਡਿੱਗ ਪਿਆ। ਤੇ ਕਹਿਣ ਲੱਗਾ ਅਸਲ ਵਿੱਚ ਇਹਦਾ ਕਾਰਨ ਇਹ ਹੈ ਮੈਂ 40 ਦਿਨ ਭੋਰੇ 'ਚ ਬੈਠਾ ਰਿਹਾ, ਕੁਝ ਖਾਧਾ ਪੀਤਾ ਨਹੀਂ ਹੈ। 40 ਦਿਨਾਂ ਬਾਅਦ ਬਾਹਰ ਨਿਕਲਿਆ, ਇੱਕ ਵੀ ਬੰਦਾ ਨਹੀਂ ਆਇਆ ਬਾਹਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਫਿਰ ਤੇਰੇ ਇਸ ਹੱਠ ਦਾ ਦੱਸ ਵੀ ਲਾਭ ਕੀ ਹੋਇਆ। ਇਹਦਾ ਮਤਲਬ 40 ਦਿਨ ਭੋਰੇ 'ਚ ਇਹੀ ਡੀਕਦਾ ਰਿਹਾ ਕਿ 40 ਦਿਨ ਪੂਰੇ ਹੋਣਗੇ, ਬਾਹਰ ਨਿਕਲਾਂਗਾ, ਲੋਕੀ ਮੇਰੀ ਵਾਵਾ ਕਰਨਗੇ। ਗੁਰੂ ਨਾਨਕ ਦੇਵ ਜੀ ਕਹਿੰਦੇ ਦੱਸ ਤੇਰੇ ਇਸ ਹੱਠ ਨਾਲ ਕੀ ਲਾਭ ਹੈ, ਤੈਨੂੰ ਕੀ ਪ੍ਰਾਪਤੀ ਹੋਈ ਇਸ ਹੱਠ ਦੇ ਨਾਲ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਬਸ ਤੂੰ 40 ਦਿਨ ਆਪਣੀ ਵਾਵਾ ਹੀ ਸੋਚਦਾ ਰਿਹਾ ਹੋਵੇਗੀ ਬਾਹਰ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜੋਗੀ ਜੀ ਇਸ ਤਰ੍ਹਾਂ ਪ੍ਰਭੂ ਪਰਮਾਤਮਾ ਖੁਸ਼ ਨਹੀਂ ਹੁੰਦਾ, ਇਸ ਤਰ੍ਹਾਂ ਦੇ ਪਖੰਡ ਨਾਲ ਪਰਮਾਤਮਾ ਨੂੰ ਨਹੀਂ ਰਿਝਾਇਆ ਜਾ ਸਕਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਿਆ ਜੋਗੀ। ਗੁਰੂ ਨਾਨਕ ਦੇਵ ਜੀ ਕਹਿੰਦੇ ਜਿਹੜੀ ਗੱਲ 40 ਦਿਨਾਂ 'ਚ ਨਹੀਂ ਬਣੀ ਹੱਠ ਕਰਕੇ ਬੈਠਾ ਰਿਹਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਬੈਠ ਸਾਡੇ ਸਾਹਮਣੇ, ਚੰਦ ਘੜੀਆਂ 'ਚ ਤੇਰੀ ਉਹ ਖੇਡ ਬਣਾ ਦਿੰਨੇ ਆ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਸਨਮੁਖ ਬਿਠਾਇਆ। ਭਾਈ ਮਰਦਾਨਾ ਜੀ ਨੂੰ ਕਿਹਾ ਰਬਾਬ ਛੇੜੋ। ਭਾਈ ਮਰਦਾਨਾ ਨੇ ਰਬਾਬ ਦੀਆਂ ਤਾਰਾਂ ਨੂੰ ਹੱਥ ਲਾਇਆ। ਗੁਰੂ ਨਾਨਕ ਦੇਵ ਮਹਾਰਾਜ ਨੇ ਰੱਬੀ ਬਾਣੀ ਨੂੰ ਗਾਇਆ। ਤੇ ਸਮਝ ਲਓ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਰੱਬੀ ਬਾਣੀ ਜਦੋਂ ਇਸ ਜੋਗੀ ਦੇ ਮਨ ਉੱਤੇ ਅਸਰ ਹੋਇਆ, ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਢਹਿ ਕੇ ਕਹਿਣ ਲੱਗਾ ਦਾਤਾ ਜਿਹੜੇ ਕਿਰਪਾ 40 ਦਿਨ ਅੰਦਰ ਬੈਠਾ ਰਿਹਾ, ਕੋਈ ਰਸ ਨਾ ਬਣਿਆ, ਆ ਚੰਦ ਘੜੀਆਂ ਵਿੱਚ ਤੁਸੀਂ ਅੰਦਰ ਦਾ ਆਨੰਦ ਬਣਾ ਕੇ ਰੱਖਤਾ। ਗੁਰੂ ਨਾਨਕ ਦੇਵ ਜੀ ਕਹਿੰਦੇ ਬਸ ਜੋਗੀ ਜੀ ਇਹੀ ਅਸਲ ਵਿੱਚ ਅੱਜ ਤੋਂ ਬਾਅਦ ਉੱਤਮ ਹੱਠ ਜੇ। ਅੱਜ ਤੋਂ ਬਾਅਦ ਇਹ ਉੱਤਮ ਹੱਠ ਹੈ। ਅੱਜ ਤੋਂ ਬਾਅਦ ਹੱਠੀ ਤੂੰ ਬਣੇ ਰਹਿਣਾ ਹੈ, ਅਸੀਂ ਤੈਨੂੰ ਰੋਕਦੇ ਨਹੀਂ, ਪਰ ਅੱਜ ਤੋਂ ਬਾਅਦ ਹੱਠ ਇਹ ਕਰ ਲੈਣਾ ਕਿ ਮੈਂ ਪਰਮਾਤਮਾ ਦੇ ਨਾਮ ਨੂੰ ਦਿਨ ਰਾਤ ਸਿਮਰਨਾ ਹੈ। ਇਹ ਹੱਠ ਕਰ ਲੈਣਾ ਹੈ ਕਿ ਮੇਰਾ ਮਨ ਵਿਕਾਰਾਂ ਵਾਲੇ ਬੰਨੇ ਨਾ ਜਾਵੇ। ਇਹ ਹੱਠ ਕਰ ਲੈਣਾ ਹੈ
कि मैं लोगों की प्रभुता नहीं लैनी, मैं लोगों की वाह नहीं लैनी, मैनू केवल तो शाबाश चाहिए है परमात्मा की, मैनू केवल जिहड़ी है शाबाश है निरंकार की चाहिए, लोगों की नहीं चाहिए। जे ये हट करके तू रवेगा, गुरु नानक देव जी कहते परमात्मा की किरपा बनी रहेगी। यदा मतलब गुरु नानक देव सच्चे पातशाह महाराज जी ने उस दे जिहड़ा अखौती हठ सी उहदे तो रोक के मेरे साहब ने कहा तू उत्तम हठ कर, उस तरह अपना अंमृत वेला संभाल, निरंकार दे नाल जुड़। यही जोगी मुड़ के प्रभु परमात्मा की सिफत करदा होया उस इलाके में गुरु नानक देव महाराज जी की सिੱਖੀ का प्रचार करता रहा। इतिहास भरिया पिया है इहो जिहियां साखियां दे नाल। सतगुरु श्री गुरु अंगद देव महाराज जी के जीवन तो भी एक सिक्ख्या लै लईए। श्री गुरु अंगद देव महाराज जी जो खडूर साहब की धरती पर आए, मैं जिहड़ा जिक्र कर रहा मलीन हठ का जे मैं जिक्र करदा, फिर आपां उत्तम हठ उत्ते भी थोड़ी जी विचार करांगे। धन श्री गुरु अंगद देव महाराज जी खडूर साहब की धरती पर जो गुरता गद्दी मेरे सतगुरां नूं प्राप्त हुई, खडूर साहब आ गए तो श्री गुरु अंगद देव महाराज जी खडूर साहब की धरती पर रहमतां वरता रहे सन। तो गुरमुखो कुछ दिन होए तो इस इलाके दे विच औड़ लग गई, बरसात ना होवे, मीह ना पवे। तो धन श्री गुरु अंगद देव महाराज जी रज़ा विच रहण वाले, तो जिस वेले पिंड दे लोग इकट्ठे होके गुरु अंगद देव महाराज जी कोले आए कि महाराज औड़ लगी हुई है, बरसात नहीं हो रही, मीह नहीं पै रहा। धन गुरु अंगद देव जी कहते रज़ा च रहो, प्रभु परमात्मा नूं भी सारियां दा फिक्र है, जीव जंतुओं का सारियां दा फिक्र है, उसनों ओदी रजा विच रहोगे सब कृपा हो जाएगी। पर इन्हां लोकां ने हौसला ना कीता ते इसे ही खडूर साहब दे विच एक तपा बैठा होया सी हठ करके, वो भी मलीन हठ लैके बैठा सी। ये पिंड दे लोग इकट्ठे होए ते उस जोगी कोले चले गए, जाके उस तपे नूं कहंदे ने तपा जी तुसी कृपा करो कि अपने इस नगर विच मीह पै जाए, बरसात होवे। ते तपे ने जिहड़ा मलीन हठ वाला वेखो ओदी बिरती की हुंदी है। इस मलीन हठ वाले तपे ने कह दिता, कह लगा जे मीह पवाना है तो ये बदले तुहानूं एक काम करना पैगा, क्योंकि मीह तां नहीं पै रहा, रब की करोपी अपने नगर उत्ते है। उन्हें पूछा जी रब क्यों करोप हो गया है? कह लगे जिस नगर दे विच गृहस्थी गुरु होवे उस नगर दे विच मीह किस तरह पै सकता है? उन्हें कहा असीं समझे नहीं। कह लगे तुसीं गुरु अंगद देव महाराज जी नूं गुरु मनदे हो? उन्हें कहा गुरु महाराज जी नूं गुरु मनदे हाँ। गुरु महाराज गुरु अंगद देव महाराज जी ने इलाके दे विच गुरु नानक की सिੱਖੀ का प्रचार करदे निरंकार दे नाल जोड़ रहे ने। जोगी कहंदा इह ते सब तो वड्डा भुलेखा है, क्योंकि परमात्मा गृहस्थी गुरु नूं प्रवान नहीं करता, ये मलीन हठ वाले की बिरती है। उन्हें कहा जे मीह पवाना चाहुंदे हो तो गुरु अंगद देव जी नूं अपने पिंड चों कढ दिओ। ते उन्हां लोकां ने, असीं कई बार इह साखी सुनी, उन्हां लोकां ने उस जोगी दे मगर लग के, मलीन हठ वाले दे मगर लग के धन गुरु अंगद देव जी नूं आके कह दिता, महाराज असीं चाहुंदे इस नगर च मीह पै जाए, औड़ लगी हुई है, फसलां नहीं हो रहीआं। ते गुरु अंगद देव महाराज जी कहंदे भी असीं विच रुकावट तां नहीं? ते पिंड वाले ने कह दिता महाराज रुकावट हो तुसीं, क्योंकि तपा कहंदा है गृहस्थी गुरु दा इत्थे होण करके मीह नहीं पै रहा। धन गुरु अंगद देव महाराज जी परमात्मा का रूप साक्षात सरगुण स्वरूप कहन लगे भाई असीं नहीं चाहुंदे साडे करके किसी का नुकसान होवे। वेखो जिन्हां दा उत्तम हठ है उन्हां दा जीवन की हुंदा है। कह लगे असीं नहीं चाहुंदे कि साडे कारण करके इस नगर दे विच भाई कोई नुकसान होवे किसी का। गुरु अंगद देव महाराज जी उत्थों तुरे तो मेरे गरीब नवाज पातशाह जी खान छापड़ी नेड़े ही आए, सतगुरु महाराज जी उत्थे आ गए। तो एक दिन पूरा लंघ गया, पिंड वालियां ने कहा मीह नहीं पिया। दूजा दिन होया, पिंड वाले तपे कोले कहंदे भी हुण तां गुरु अंगद देव महाराज जी चले गए ने, हुण क्यों नहीं मीह पैंदा? कहन लगा उडीक करो मीह पवेगा। तीजा दिन होया, लोग इकट्ठे होके आ गए भी हुण मीह क्यों नहीं पैंदा? हुण तां तीसरा दिन हो गया है, गुरु अंगद देव महाराज नूं गया 3 दिन हो गए ने, हुण क्यों नहीं बरसात हो रही, मीह क्यों नहीं पै रहा? ते जोगी दे पल्ले ते कुछ है नहीं सी, मीह किवें पवाना सी उहने? ਉਹ ਤਾਂ ਜਿਹੜਾ ਮਲੀਨ ਹੱਠ ਲੈ ਕੇ ਬੈਠਾ ਹੋਇਆ ਸੀ, ਸਮਝ ਲਓ ਦਾ ਪਾਜ ਉਘੇੜਿਆ ਜਾਣਾ ਸੀ। ਕਹਿਣ ਲੱਗਾ ਮੇਰੀ ਗੱਲਬਾਤ ਹੋ ਰਹੀ ਅੰਦਰ ਦੇਵਤੇ ਦੇ ਨਾਲ, ਉਹ ਅਜੇ ਹੋਰ ਕਿਤੇ ਰੁੱਝਾ ਹੋਇਆ ਹੈ, ਉਹਨੂੰ ਇੱਕ ਕੰਮ ਥੋੜਾ, ਕਈਆਂ ਉਹਨੇ ਪਿੰਡਾਂ 'ਚ ਮੀਂਹ ਪਾ ਰਿਹਾ, ਕਈਆਂ ਸ਼ਹਿਰਾਂ 'ਚ ਪਾ ਰਿਹਾ, ਅਜੇ ਰੁੱਝਾ ਹੋਇਆ ਹੈ। ਜਿੱਦਣ ਉਹਦਾ ਟਾਈਮ ਲੱਗਿਆ ਆਪਾਂ ਆਪਣੇ ਨਗਰ 'ਚ ਮੀਂਹ ਪਵਾ ਲੈਣਾ ਹੈ। ਉਹਨਾਂ 2-3 ਦਿਨ ਡੀਕਿਆ ਤੇ ਦੂਜੇ ਤੀਜੇ ਕੁ ਦਿਨ ਬਾਅਦ ਫਿਰ ਤੁਹਾਨੂੰ ਪਤਾ ਹੀ ਹੈ ਕਿੰਨਾ ਕੁ ਫਿਰ ਹੌਸਲਾ ਉਹਨਾਂ ਅੰਦਰ ਹੋਣਾ ਸੀ। उन्हें कहा 3 दिन हो गए, चौथा दिन चढ़ गया, जोगी पखंड तो नहीं करता, मैं सानू तो नहीं गुमराह करी जाता। गुरु महाराज जी की भी करोपी असी सहेड़ लैनी है कि सतगुरां नूं पिंड विचों कढ़ दिता है। जदों चौथा दिन होया तो पिंड वालियां ने क्या कहन लगे, तपया सानू 2 टुक जवाब दे भी मीह पवाना कि नहीं पवाना।
ਤੇ ਉਹ ਜਿਹੜਾ ਮਲੀਨ ਹੱਥ ਵਾਲਾ ਸੀ ਨਾ, ਤੇ ਉਹਦੇ ਅੰਦਰ ਕੋਈ ਰਸ ਨਹੀਂ, ਕੋਈ ਨਾਮ ਨਹੀਂ, ਕੋਈ ਸ਼ਾਂਤੀ ਨਹੀਂ ਸੀ, ਤੇ ਉਹ ਵੀ ਕ੍ਰੋਧ 'ਚ ਆ ਗਿਆ। ਕਹਿਣ ਲੱਗਾ ਵੀ ਮੀਂਹ ਮੈਂ ਹੱਥ 'ਚ ਲੈ ਕੇ ਬੈਠਾ, ਵੀ ਪਵਾ ਦਿਆਂ। ਕਹਿਣ ਲੱਗੇ ਫਿਰ ਇਹ 4 ਦਿਨ ਹੋ ਗਏ ਸਾਨੂੰ ਲਾਰਿਆਂ 'ਚ ਕਿਉਂ ਲਾਈ ਰੱਖਿਆ ਤੂੰ? ਜੇ ਤੇਰੇ ਹੱਕ ਤੇਰੇ ਕੋਲ ਨਹੀਂ ਸੀ ਮੀਂਹ ਪਵਾਉਣ ਦੀ ਕੋਈ ਤਾਕਤ, ਤੇ ਕਿਉਂ ਕਿਹਾ? ਕਹਿਣ ਲੱਗਾ ਮੈਂ ਤੁਹਾਨੂੰ ਕਹਿ ਤਾਂ ਜ਼ਰੂਰ ਦਿੱਤਾ ਸੀ, ਪਰ ਮੇਰੇ ਕੀ ਵੱਸ ਦੀ ਗੱਲ ਹੈ, ਮੀਂਹ ਜਦੋਂ ਪੈਣਾ ਪੈ ਜਾਏਗਾ, ਮੈਂ ਹੱਥ 'ਚ ਨਹੀਂ ਫੜ ਕੇ ਮੀਂਹ ਬੈਠਾ। ਇੰਨੇ ਚਿਰ ਨੂੰ ਇਤਿਹਾਸਕਾਰ ਕਹਿੰਦੇ ਹੈ ਕਿ ਬਾਬਾ ਅਮਰਦਾਸ ਮਹਾਰਾਜ ਜੀ ਵੀ ਇਹ ਖਡੂਰ ਸਾਹਿਬ ਦੀ ਧਰਤੀ ਤੇ ਆਣ ਪਹੁੰਚੇ। ਪੁੱਛਿਆ ਭਈ ਪਿੰਡ ਵਾਲਿਓ, ਗੁਰੂ ਅੰਗਦ ਦੇਵ ਮਹਾਰਾਜ ਜੀ ਨਗਰ 'ਚ ਨਹੀਂ ਹਨ, ਕਿੱਥੇ ਚਲੇ ਗਏ? ਤੇ ਪਿੰਡ ਵਾਲਿਆਂ ਨੇ ਦੱਸਿਆ, ਕਹਿਣ ਲੱਗੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਅਸੀਂ ਇਹ ਬਚਨ ਕਿਹਾ ਸੀ ਵੀ ਮੀਂਹ ਨਹੀਂ ਪੈ ਰਿਹਾ, ਤੇ ਤਾਂ ਪੈਣਾ ਜੇ ਤੁਸੀਂ ਪਿੰਡ ਛੱਡ ਕੇ ਜਾਓ। ਗੁਰੂ ਸਾਹਿਬ ਇੱਥੋਂ ਚਲੇ ਗਏ ਨੇ ਪਿੰਡ ਛੱਡ ਕੇ। ਤੇ ਬਾਬਾ ਅਮਰਦਾਸ ਨੇ ਸਹਿਜ ਸੁਭਾਅ ਹੀ ਬਚਨ ਕੀਤੇ, ਕੋਈ ਸ਼ਰਾਬ ਨਹੀਂ ਦਿੱਤਾ, ਸਹਿਜ ਸੁਭਾਅ ਬਚਨ ਕੀਤੇ। ਕਹਿਣ ਲੱਗੇ ਪਿੰਡ ਵਾਲਿਓ, ਭਾਈ ਜਿਨ੍ਹਾਂ ਨੇ ਮੀਂਹ ਪਵਾਉਣਾ ਸੀ ਉਹਨਾਂ ਨੂੰ ਤੁਸੀਂ ਪਿੰਡੋਂ ਕੱਢ ਦਿੱਤਾ ਹੈ, ਤੇ ਹੁਣ ਮੀਂਹ ਕਿਹਦੇ ਤੋਂ ਪਵਾਉਣਾ ਚਾਹੁੰਦੇ ਹੋ? ਕਹਿੰਦੇ ਤਪੇ ਨੇ ਲਾਰਾ ਲਾਇਆ। ਤੇ ਬਾਬਾ ਅਮਰਦਾਸ ਜੀ ਕਹਿੰਦੇ ਇਸ ਤਪੇ ਨੂੰ ਕਹੋ ਫਿਰ ਪਵਾਵੇ ਮੀਂਹ। ਉਹ ਕਹਿੰਦੇ 4 ਦਿਨ ਹੋ ਗਏ ਲਾਰਿਆਂ 'ਚ ਲੈ ਕੇ ਬੈਠਾ। ਵੇਖੋ ਮਲੀਨ ਹੱਥ ਦੀ ਗੱਲ ਮੈਂ ਕਰ ਰਿਹਾ, ਮਲੀਨ ਹੱਥ ਲੈ ਕੇ ਜੋਗੀ ਬੈਠਾ, ਤਪਾ ਬੈਠਾ ਹੈ। ਤੇ ਆਖਰਕਾਰ ਕੀ ਹੋਇਆ? ਪਿੰਡ ਵਾਲਿਆਂ ਨੇ ਕਹਿ ਦਿੱਤਾ, ਕੁਝ ਕਹਿੰਦੇ ਬਾਬਾ ਅਮਰਦਾਸ ਨੇ ਕਿਹਾ ਸੀ ਇਹਨੂੰ ਬਾਹਰ ਕੱਢ ਕੇ ਤੇ ਇਹਨੂੰ ਵੈੜਕਿਆਂ ਦੇ ਮਗਰ ਪਾ ਕੇ ਘੜੀਸੋ ਇਸ ਨੂੰ। ਮੈਂ ਕਹਿੰਦਾ ਪਿੰਡ ਵਾਲਿਆਂ ਦਾ ਫੈਸਲਾ ਸੀ। ਬਾਬਾ ਅਮਰਦਾਸ ਨੇ ਇੰਨੀ ਗੱਲ ਜ਼ਰੂਰ ਕਹੀ ਹੈ ਕਿ ਮੀਂਹ ਪਵਾਉਣ ਵਾਲੇ ਗੁਰੂ ਜਿਹਨੇ ਰਹਿਮਤਾਂ ਵਰਤਾਨੀਆਂ ਉਹਨਾਂ ਨੂੰ ਤੁਸੀਂ ਪਿੰਡ ਜੋ ਕਰ ਦਿੱਤਾ ਹੈ, ਇਸ ਜੋਗੀ ਨੂੰ ਫਿਰ ਕਹੋ। ਤੇ ਪਿੰਡ ਵਾਲਿਆਂ ਨੇ 2-4 ਵਾਰੀ ਕਿਹਾ। ਆਖਿਰਕਾਰ ਫਿਰ ਲੋਕ ਜਿਹੜੇ ਸਨ ਉਹਨਾਂ ਨੇ ਦੇਖਿਆ ਵੀ ਇਹ ਤਾਂ ਜੋਗੀ ਲਾਰਿਆਂ 'ਚ ਲਾਈ ਰੱਖਦਾ। ਉਹਨਾਂ ਨੇ 2-4 ਬੰਦਿਆਂ ਨੇ ਥੋੜ੍ਹਾ ਜਿਹਾ ਕਹਿ ਲਓ ਕਿ ਧੱਕਾ ਮੁੱਕੀ ਵੀ ਹੋ ਗਈ। ਇੰਨੇ ਚਿਰ ਨੂੰ ਬੱਦਲ ਬਣਨੇ ਸ਼ੁਰੂ ਹੋ ਗਏ, ਮੀਂਹ ਪੈਣਾ ਸ਼ੁਰੂ ਹੋ ਗਿਆ। ਤੇ ਫਿਰ ਇਤਿਹਾਸ ਇਹ ਕਹਿੰਦਾ ਕਿ ਇਸ ਜੋਗੀ ਨੂੰ ਜਿਹੜਾ ਆਪਣੀ ਪੈਲੀ ਵਿੱਚ ਲਈ ਗਿਆ, ਉੱਥੇ ਬਰਸਾਤ ਹੋਈ ਜਾਵੇ। ਵੈੜਕਿਆਂ ਮਗਰ ਪਾ ਕੇ ਫਿਰ ਇਹਨੂੰ ਪੂਰਾ ਜਿਹੜਾ ਸੀ ਵੈੜਕਿਆਂ ਮਗਰ ਪਾ ਕੇ ਭਾਵ ਕੇ ਬਲਦਾਂ ਦੇ ਮਗਰ ਪਾ ਕੇ ਇਹਨੂੰ ਘੜੀਸਿਆ ਪੂਰਾ, ਤੇ ਬਰਸਾਤ ਵੀ ਪੂਰੀ ਹੋ ਗਈ। ਹੁਣ ਦੇਖੋ, ਜਿਸ ਵੇਲੇ ਬਾਬਾ ਅਮਰਦਾਸ ਜੀ ਖਾਨ ਛਾਪੜੀ ਗੁਰੂ ਅੰਗਦ ਦੇਵ ਜੀ ਕੋਲੇ ਪਹੁੰਚੇ, ਤੇ ਜਿਹੜੇ ਉੱਤਮ ਹੱਠ ਵਾਲੇ ਦੀ ਨਿਸ਼ਾਨੀ ਕੀ ਹੈ? ਗੁਰੂ ਅੰਗਦ ਦੇਵ ਮਹਾਰਾਜ ਨੂੰ ਪਤਾ ਚੱਲਿਆ। ਤੇ ਬਾਬਾ ਅਮਰਦਾਸ ਜੀ ਨੂੰ ਕਿਹਾ, ਬਾਬਾ ਜੀ ਪ੍ਰਭੂ ਪਰਮਾਤਮਾ ਦੀ ਰਜ਼ਾ ਦੇ ਵਿੱਚ ਆਪਣੀ ਮਰਜ਼ੀ ਨਹੀਂ ਵਰਤੀ ਦੀ ਹੁੰਦੀ, ਪ੍ਰਭੂ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ। ਉਸ ਜੋਗੀ ਦੇ ਬਾਰੇ ਤਪੇ ਬਾਰੇ ਤੁਸੀਂ ਕਿਉਂ ਇਹੋ ਜਿਹਾ ਸ਼ਬਦ ਕਿਹਾ? ਤੇ ਬਾਬਾ ਅਮਰਦਾਸ ਨੇ ਕਿਹਾ, ਸਤਿਗੁਰੂ ਖਿਮਾ ਕਰ ਦੇਣੀ, ਕਿਉਂਕਿ ਮੈਂ ਪੂਰੇ ਗੁਰੂ ਮਹਾਰਾਜ ਜੀ ਦੀ ਗੁਰ ਕੀ ਨਿੰਦਾ ਸੁਣੇ ਨਾ ਕਾਨ, ਮੈਂ ਤੁਹਾਡੀ ਨਿੰਦਿਆ ਨਹੀਂ ਸੀ ਸੁਣ ਸਕਦਾ। ਕਹਿੰਦੇ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਵਾਪਸ ਆਏ, ਪਿੰਡ ਵਾਲੇ ਲੈ ਕੇ ਗਏ, ਸਤਿਗੁਰੂ ਖਡੂਰ ਸਾਹਿਬ ਆਏ, ਤੇ ਉੱਤਮ ਹੱਠ ਵਾਲੇ ਗੁਰੂ ਨੇ ਕਹਿ ਦਿੱਤਾ, ਕਹਿਣ ਲੱਗੇ ਸਭ ਤੋਂ ਪਹਿਲਾਂ ਸਾਰੇ ਨਗਰ ਵਾਲੇ ਇਕੱਠੇ ਹੋ ਕੇ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰੋ। ਇਹ ਨਹੀਂ ਕਿਹਾ ਵੀ ਮੇਰੇ ਚਰਨਾਂ 'ਚ, ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰੋ ਕਿ ਸਾਡੇ ਕੋਲੋਂ ਗੁਨਾਹ ਹੋਇਆ, ਸਾਡੇ ਕੋਲੋਂ ਗਲਤੀ ਹੋਈ ਹੈ, ਅਸੀਂ ਉਸ ਜੋਗੀ ਦੇ ਨਾਲ ਜੋ ਹਾਲ ਕੀਤਾ ਹੈ ਇਹ ਸਾਨੂੰ ਨਹੀਂ ਸੀ ਕਰਨਾ ਚਾਹੀਦਾ। ਵੇਖੋ, ਇੱਕ ਉਹ ਜਿਹੜਾ ਗੁਰੂ ਅੰਗਦ ਦੇਵ ਮਹਾਰਾਜ ਨੂੰ ਪਿੰਡ ਵਿੱਚੋਂ ਕਢਾ ਰਿਹਾ ਹੈ, ਤੇ ਇੱਕ ਸਤਿਗੁਰੂ ਮਹਾਰਾਜ ਜੀ ਸਮਰੱਥ ਗੁਰੂ ਜਿਹੜੇ ਕਹਿੰਦੇ ਭਈ ਤੁਸੀਂ ਅਕਾਲ ਪੁਰਖ ਮਹਾਰਾਜ ਜੀ ਕੋਲੋਂ ਇਸ ਦੀ ਖਿਮਾ ਜਾਚਨਾ ਕਰੋ। ਧੰਨ ਗੁਰੂ ਅੰਗਦ ਦੇਵ ਨੇ ਰਹਿਮਤਾਂ ਵਰਤਾਈਆਂ। ਸ਼ਬਦ ਜਿਹੜਾ ਚੱਲਦਾ ਹੱਠ, ਹੁਣ ਜਿਹੜੇ ਮਲੀਨ ਹੱਠ ਵਾਲੇ ਲੋਕ ਸਨ ਉਹਨਾਂ ਨੇ ਸਮਾਜ ਦਾ ਕੁਝ ਨਹੀਂ ਸਵਾਰਿਆ ਤੇ ਆਪਣਾ ਵੀ ਕੁਝ ਨਹੀਂ ਸਵਾਰਿਆ। ਹੁਣ ਆਪਾਂ ਆਉਣਾ ਉੱਤਮ ਹੱਠ ਵੱਲੇ, ਕਿਉਂਕਿ 2 ਹੱਠ ਭਾਈ ਕਾਹਨ ਸਿੰਘ ਨਾਭਾ ਨੇ ਕਹੇ। ਮਲੀਨ ਹੱਠ ਉਹ ਹੁੰਦਾ ਹੈ ਜਿਹਦੇ ਵਿੱਚ ਕੋਈ ਅਸਲੀਅਤ ਨਾ ਹੋਵੇ ਤੇ ਬੰਦਾ ਫਿਰ ਵੀ ਹੱਠ ਕਰਕੇ ਤੁਰਿਆ ਜਾਵੇ, ਪ੍ਰਾਪਤੀ ਕੋਈ ਨਹੀਂ। ਭਾਈ ਕਾਹਨ ਸਿੰਘ ਨਾਭਾ ਕਹਿੰਦੇ ਉੱਤਮ ਹੱਠ ਗੁਰਮਤਿ ਵਿੱਚ ਪ੍ਰਵਾਨ ਹੈ। ਉੱਤਮ ਹੱਠ ਤੋਂ ਭਾਵ ਇਹ ਬਣਦਾ ਹੈ ਕਿ ਸਿੱਖ ਦ੍ਰਿੜ ਨਿਸ਼ਚਾ ਕਰ ਲਵੇ ਕਿ ਮੇਰਾ ਤਨ ਕੱਟਿਆ ਜਾਏ, ਮੇਰਾ ਬੰਦ ਕੱਟਿਆ ਜਾਏ, ਮੇਰਾ ਖੋਪਰ ਲੈ ਜਾਏ, ਮੇਰਾ ਸੀਸ ਲੈ ਜਾਏ, ਮੈਂ ਆਪਣੇ ਸਿਧਾਂਤ ਤੋਂ ਕਦੀ ਵੀ ਪੈਰ ਪਿਛਾਂਹ ਨਹੀਂ ਮੁੜਾਂਗਾ। ਇਹਨੂੰ ਕਹਿੰਦੇ ਉੱਤਮ ਹੱਠ। ਮੈਂ ਇੱਕ ਸੇਵਾ ਪੰਥੀਆਂ ਦੇ ਜੀਵਨ ਪੜ੍ਹਿਆ ਗੁਰਮੁਖਾਂ ਦਾ, ਉਹਦੇ ਵਿੱਚ ਇੱਕ ਬੜਾ ਪਿਆਰਾ ਜ਼ਿਕਰ ਆਇਆ, ਹੱਠ ਦੀ ਗੱਲ ਆਈ ਸਾਹਮਣੇ। ਉੱਤਮ ਹੱਠ ਕੀ ਹੈ? ਬਾਬਾ ਅੱਡਣ ਸ਼ਾਹ ਜੀ ਹੋਏ ਨੇ ਸੇਵਾ ਪੰਥੀਆਂ ਦੇ ਵਿੱਚੋਂ, ਤੇ ਬਾਬਾ ਅੱਡਣ ਸ਼ਾਹ ਜੀ ਇੱਕ ਵਾਰ ਲਾਹੌਰ ਗਏ, ਇੱਕ ਫਕੀਰ ਦੇ ਨਾਲ ਉਹਨਾਂ ਦੀ ਵਾਰਤਾਲਾਪ ਹੋ ਰਹੀ ਸੀ। ਉਹ ਵੀ ਰੱਬ ਦਾ ਪਿਆਰਾ ਸੀ ਫਕੀਰ, ਤੇ ਬਾਬਾ ਅੱਡਣ ਸ਼ਾਹ ਜੀ ਦੇ ਨਾਲ ਗੱਲਾਂ ਬਾਤਾਂ ਕੋ ਰੱਬ ਦੀਆਂ ਚੱਲੀਆਂ। ਇੰਨੇ ਚਿਰ ਨੂੰ ਬਹਾਦਰ ਸ਼ਾਹ ਆ ਗਿਆ, ਤੇ ਬਹਾਦਰ ਸ਼ਾਹ ਜਿਸ ਵੇਲੇ ਆਇਆ ਤੇ ਉਹਨੇ ਵੇਖਿਆ ਇਸ ਭਾਈ ਅੱਡਣ ਸ਼ਾਹ ਵੱਲੇ, ਉਹਨਾਂ ਨੂੰ ਖੂਬਸੂਰਤ ਵੇਖਿਆ, ਸੁੰਦਰ ਦਾੜਾ ਵੇਖਿਆ, ਸਿਰ ਤੇ ਉੱਤੇ ਸੁੰਦਰ ਦਸਤਾਰ ਤੱਕੀ, ਉਹਨਾਂ ਨੂੰ ਸੁੰਦਰ ਦੇਖ ਕੇ ਤੇ ਬਹਾਦਰ ਸ਼ਾਹ ਨੇ ਉਸ ਫਕੀਰ ਨੂੰ ਕਿਹਾ, ਕਹਿਣ ਲੱਗਾ ਇਹ ਮਰੇਲੇ ਗੁਰੂ ਦਾ ਸਿੱਖ ਹੈ। ਮਰੇਲੇ ਤੋਂ ਭਾਵ ਸੀ ਲੜਾਕਾ ਗੁਰੂ, ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ, ਵੀ ਜਿਹੜਾ ਜੰਗ ਯੁੱਧ ਕਰਦਾ ਹੈ, ਲੜਦਾ ਹੈ, ਇਹ ਉਸ ਗੁਰੂ ਦਾ ਸਿੱਖ ਹੈ। ਤੇ ਉਸ ਫਕੀਰ ਨੇ ਕਹਿ ਦਿੱਤਾ, ਕਹਿਣ ਲੱਗੇ ਨਹੀਂ, ਇਹ ਗੁਰੂ ਨਾਨਕ ਦੇਵ ਜੀ ਦਾ ਸਿੱਖ ਹੈ। ਤੇ ਬਾਬਾ ਅੱਡਣ ਸ਼ਾਹ ਨੇ ਉਸੇ ਵੇਲੇ ਇੱਕਦਮ
20 रस में आके बहादुर शाह ਨੂੰ ਕਹਿਣ ਲੱਗਾ, बहादुर शाह मैं गुरु गोबिंद सिंह ਦਾ सिख हाँ, गुरु नानक ਦਾ नहीं। मैं गुरु गोबिंद सिंह महाराज ਦਾ ਜਿਹਨੂੰ ਤੂੰ ਮਰੇਲਾ सिख गुरु कहना, मैं उस गुरु ਦਾ ही सिख हाँ। ਤੇ ਕਹਿਣ ਲੱਗੇ ਪਰ ਬਹਾਦਰ ਸ਼ਾਹ ਦੀ ਕੋਈ ਹਿੰਮਤ ਨਾ ਪਈ ਕਿ ਬਾਬਾ ਅੱਡਣ ਸ਼ਾਹ ਨੂੰ ਕੁਝ ਕਹਿ ਸਕਦਾ ਹੋਵੇ। ਚਲਿਆ ਗਿਆ ਉੱਥੋਂ। ਫਕੀਰ ਨੇ ਕਿਹਾ, ਉਸ ਮਹਾਤਮਾ ਸਾਧੂ ਨੇ ਕਿਹਾ, ਕਹਿਣ ਲੱਗੇ ਬਾਬਾ ਅੱਡਣ ਜੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਵੀ ਕੀ ਗੁਰੂ ਨਾਨਕ ਦੇਵ ਮਹਾਰਾਜ ਜੀ ਵਿੱਚ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਿੱਚ ਕੋਈ ਫਰਕ ਹੈ? ਕਹਿਣ ਲੱਗਾ ਬਿਲਕੁਲ ਨਹੀਂ। ਤੇ ਕਹਿੰਦੇ ਜਦੋਂ ਮੈਂ ਕਹਿ ਦਿੱਤਾ ਸੀ ਵੀ ਇਹ ਗੁਰੂ ਨਾਨਕ ਦੇਵ ਜੀ ਦਾ ਸਿੱਖ ਹੈ, ਗੁਰੂ ਗੋਬਿੰਦ ਸਿੰਘ ਦਾ ਨਹੀਂ, ਤੇ ਫਿਰ ਤੁਸੀਂ ਇਹ ਸ਼ਬਦ ਕਿਉਂ ਵਰਤਿਆ ਕਿ ਮੈਂ ਗੁਰੂ ਨਾਨਕ ਦਾ ਨਹੀਂ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ? ਤੇ ਕਹਿੰਦੇ ਭਾਈ ਅੱਡਣ ਸ਼ਾਹ ਨੇ ਕਿਹਾ ਉਸ ਫਕੀਰ ਨੂੰ, ਮੈਨੂੰ ਇਹ ਦੱਸੋ ਵੀ ਤੁਸੀਂ ਗੁਰੂ ਨਾਨਕ ਦਾ ਸਿੱਖ ਮੈਨੂੰ ਭਲਾ ਕਿਉਂ ਕਿਹਾ? ਕੀ ਕਹਿੰਦੀ ਨੀਤੀ? ਉਹਨੇ ਕਿਹਾ ਨੀਤੀ ਇੱਥੇ ਇਹ ਕਹਿੰਦੀ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਸਿੱਖ ਕਹਿਣ ਨਾਲ ਤੁਹਾਡੀ ਜਾਨ ਬਖਸ਼ੀ ਗਈ, ਬਖਸ਼ੀ ਜਾਣੀ ਸੀ। ਹੋ ਸਕਦਾ ਗੁਰੂ ਗੋਬਿੰਦ ਸਿੰਘ ਦਾ ਤੁਸੀਂ ਨਾਂ ਲਿਆ, ਬਹਾਦਰ ਸ਼ਾਹ ਤੁਹਾਨੂੰ ਕਤਲ ਵੀ ਕਰ ਸਕਦਾ ਸੀ, ਬਹਾਦਰ ਸ਼ਾਹ ਤੁਹਾਨੂੰ ਮਾਰ ਵੀ ਸਕਦਾ ਸੀ। ਤੇ ਅੱਗੋਂ ਭਾਈ ਅੱਡਣ ਸ਼ਾਹ ਨੇ ਕਿਹਾ ਬਸ ਇਸੇ ਕਰਕੇ ਹੀ ਮੈਂ ਜਿਹੜਾ ਕਿਹਾ ਨਾ ਗੁਰੂ ਗੋਬਿੰਦ ਸਿੰਘ ਦਾ ਸਿੱਖ ਆ, ਇਸ ਕਰਕੇ ਕਿਹਾ ਹੈ ਕਿ ਜਾਨ ਬਚਾਉਣ ਵਾਸਤੇ ਕਹਿਣਾ ਮੈਂ ਗੁਰੂ ਨਾਨਕ ਦਾ ਸਿੱਖ ਆ, ਗੁਰੂ ਗੋਬਿੰਦ ਸਿੰਘ ਦਾ ਨਹੀਂ। ਇਸੇ ਕਰਕੇ ਕਿਹਾ ਮੈਨੂੰ ਪਤਾ ਕਿ ਗੁਰੂ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ 'ਚ ਕੋਈ ਫਰਕ ਨਹੀਂ, ਜੋਤ ਉਹੀ ਹੈ, ਪਰ ਮੈਂ ਆਪਣੀ ਜਾਨ ਬਚਾਉਣ ਵਾਸਤੇ ਇਹ ਨਹੀਂ ਸੀ ਕਹਿ ਸਕਦਾ ਵੀ ਮੈਂ ਗੁਰੂ ਨਾਨਕ। ਇਹਨੂੰ ਕਹਿੰਦੇ ਹੱਠ। ਇਹ ਉੱਤਮ ਹੱਠ ਹੈ। ਇਹ ਵੀ ਤੱਕ ਹੱਠ ਸੀ ਨਾ ਕਿ ਉਹਨੇ ਕਿਹਾ ਮੈਂ ਜਾਨ ਬਚਾਉਣ ਵਾਸਤੇ ਕਿਵੇਂ ਕਹਿ ਸਕਦਾ ਸਾਂ? ਮੈਨੂੰ ਵੀ ਪਤਾ ਸੀ ਵੀ ਬਹਾਦਰ ਸ਼ਾਹ ਨੇ ਕਿਉਂ ਮੈਨੂੰ ਕਿਹਾ ਕਿ ਮਰੇਲੇ ਗੁਰੂ ਦਾ ਸਿੱਖ ਹੈ, ਕਿਉਂਕਿ ਉਹ ਇਹ ਚਾਹੁੰਦਾ ਸੀ ਵੀ ਭਲਾ ਮੈਂ ਪੁੱਛਣਾ ਚਾਹੁੰਦਾ ਇਹ ਕਹਿੰਦਾ ਅੱਗੋਂ ਕਿ ਆਪਣੇ ਆਪ ਦੇ ਬਚਾਅ ਵਾਸਤੇ ਕੋਈ ਸ਼ਬਦ ਵਰਤਦਾ ਹੈ। ਕਹਿ ਲੱਗੇ ਮੈਂ ਵੀ ਇਸੇ ਕਰਕੇ ਉਹਨੂੰ ਇਹ ਜਵਾਬ ਦਿੱਤਾ ਸੀ ਕਿ ਮੈਂ ਉਸੇ ਗੁਰੂ ਦਾ ਸਿੱਖ ਹਾਂ ਜਿਹਨੂੰ ਤੂੰ ਮਰੇਲਾ ਕਹਿੰਦਾ। ਕਹਿਣ ਤੋਂ ਭਾਵ ਕਿ ਇਹੋ ਜਿਹਾ ਹੱਠ ਗੁਰਮਤਿ ਦੇ ਵਿੱਚ ਪ੍ਰਵਾਨ ਹੈ। ਜਦੋਂ ਭਗਤ ਨਾਮਦੇਵ ਜੀ ਨੂੰ ਆਓ ਗੁਰਬਾਣੀ ਵਿੱਚੋਂ ਵੀ ਸ਼ਬਦ ਲੈ ਲਈਏ, ਜਦੋਂ ਭਗਤ ਨਾਮਦੇਵ ਜੀ ਨੂੰ ਉਹਨਾਂ ਦੀ ਮਾਤਾ ਜਾ ਕੇ ਕਹਿੰਦੀ ਹੈ ਕਿ ਨਾਮਦੇਵ ਇਹ ਬਾਦਸ਼ਾਹ ਤੈਨੂੰ ਮਾਰ ਦੇਗਾ, ਤੇਰੀ ਜਾਨ ਬਖਸ਼ੀ ਇੱਕੇ ਗੱਲ ਵਿੱਚ ਹੀ ਹੋਣੀ ਹੈ। ਜੇ ਤੈਨੂੰ ਇਹ ਬਾਦਸ਼ਾਹ ਕਹਿੰਦਾ ਵੀ ਤੂੰ ਰਾਮ ਦੀ ਜਗ੍ਹਾ ਤੇ ਅੱਲਾ ਕਹਿ ਦੇ, ਤੇ ਘਰੇ ਵੀ ਤਾਂ ਰਾਮ ਰਾਮ ਅੱਲਾ ਅੱਲਾ ਖੁਦਾ ਖੁਦਾ ਪਤਾ ਨਹੀਂ ਕਿੰਨੇ ਨਾਂ ਲੈਣਾ, ਤੇ ਹੁਣ ਕਿਉਂ ਨਹੀਂ ਕਹਿੰਦਾ? ਉੱਤਮ ਹੱਠ ਕੀ ਹੁੰਦਾ ਹੈ? ਤੇ ਨਾਮਦੇਵ ਜੀ ਨੇ ਆਪਣੀ ਮਾਂ ਨੂੰ ਉਦੋਂ ਕੀ ਕਿਹਾ, ਮਾਂ ਜੇ ਤੂੰ ਬਾਦਸ਼ਾਹ ਨਾਲ ਕੋਈ ਸਮਝੌਤਾ ਤਾਂ ਨਹੀਂ ਕਰਕੇ ਆਈ, ਇਹ ਤਾਂ ਨਹੀਂ ਕਹਿ ਕੇ ਆਈ ਵੀ ਮੈਂ ਆਪਣੇ ਪੁੱਤ ਦੇ ਕੋਲੋਂ ਅੱਲਾ ਅੱਲਾ ਕਵਾ ਦਿਆਂਗੀ, ਖੁਦਾ 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 ਕਵਾ ਦਿਆਂਗੀ। ਕਹਿ ਲੱਗੀ ਪੁੱਤ ਜੇ ਤਾਂ ਮੈਂ ਤੇਰੇ ਨਾਲ ਹੀ ਗੱਲ ਕੀਤੀ ਹੈ, ਮੈਂ ਜੇ ਤੂੰ ਕਹੇਂਗਾ ਤੇ ਬਾਦਸ਼ਾਹ ਨੂੰ ਜਾ ਕੇ ਕਹਿ ਦਿਆਂਗੀ ਕਿ ਮੇਰਾ ਪੁੱਤ ਖੁਦਾ ਵੀ ਕਹਿ ਸਕਦਾ, ਅੱਲਾ ਵੀ ਕਹਿ ਸਕਦਾ, ਰਾਮ ਨਹੀਂ ਕਹੇਗਾ। ਤੇ ਉਸ ਵੇਲੇ ਭਗਤ ਨਾਮਦੇਵ ਨੇ ਕਿਹਾ ਮਾਂ ਮੈਂ ਨਹੀਂ ਅੱਲਾ ਕਹਿਣਾ, ਮੈਂ ਨਹੀਂ ਖੁਦਾ ਕਹਿਣਾ। ਤੇ ਉਹਨੇ ਕਿਹਾ ਪੁੱਤ ਫਿਰ ਘਰੇ ਵੀ ਤਾਂ ਕਹਿਣਾ, ਤੂੰ ਕਿੰਨੀ ਵਾਰਾ ਘਰੇ ਕਹਿਣਾ ਖੁਦਾ ਅੱਲਾ, ਨਾਲੇ ਕਹਿਣਾ ਇੱਕ ਹੀ ਹੈ। ਉਹਨੇ ਕਿਹਾ ਮਾਂ ਮੈਂ ਸਮਝਦਾ ਵੀ ਖੁਦਾ ਅੱਲਾ ਰਾਮ ਦੇ ਵਿੱਚ ਕੋਈ ਫਰਕ ਨਹੀਂ, ਪਰ ਮੈਂ ਜਾਨ ਬਚਾਉਣ ਵਾਸਤੇ ਨਹੀਂ ਕਹਿ ਸਕਦਾ। ਬਾਦਸ਼ਾਹ ਧੱਕੇ ਨਾਲ ਕਹਿੰਦਾ ਤੂੰ ਰਾਮ ਨਾ ਕਹਿ ਅੱਲਾ ਕਹਿ, ਜੇ ਮੈਂ ਰਾਮ ਦੀ ਥਾਂ ਤੇ ਅੱਲਾ ਕਹਿਣਾ ਮੈਨੂੰ ਇਹ ਜਾਨ ਬਖਸ਼ਦਾ ਮੇਰੀ, ਤੇ ਜੇ ਮੈਂ ਰਾਮ ਰਾਮ ਕਹਿਣਾ ਬਾਦਸ਼ਾਹ ਮੈਨੂੰ ਮਾਰਦਾ। ਮੈਂ ਰਾਮ ਕਹਿ ਕੇ ਹੀ ਮਰਨਾ ਚਾਹੁੰਦਾ। ਇਹਦਾ ਮਤਲਬ ਇਹ ਹੱਠ ਗੁਰਮਤਿ ਵਿੱਚ ਪ੍ਰਵਾਨ ਹੈ ਕਿ ਆਪਣੇ ਸਿਧਾਂਤ ਉੱਤੇ ਦ੍ਰਿੜ ਰਹਿਣਾ, ਸਮਝੌਤਾ ਨਾ ਕਰਨਾ। ਫਿਰ ਭਗਤ ਨਾਮਦੇਵ ਜੀ ਨੇ ਉੱਥੇ ਸ਼ਬਦ ਕਹੇ ਨੇ, ਕਹਿਣ ਲੱਗੇ ਜੇ ਤੂੰ ਮਾਂ ਮੈਨੂੰ ਇਹ ਕਵੇਂ ਜੋ ਸਮਝੌਤਾ ਕਰਦੀ ਹੈ ਤੇ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੁੰਦਾ ਕਿ ਨਾ ਹੋਂ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ ਪਿੰਡ ਪਰੇ ਤੋਂ ਹਰ ਗੁਣ ਗਾਏ, ਮੇਰਾ ਸਰੀਰ ਚਲਿਆ ਜਾਏ ਮੈਂ ਹਰੀ ਦੇ ਗੁਣ ਗਾਵਾਂਗਾ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਅੱਜ ਦੀ ਪਾਵਨ ਪੌੜੀ ਦੇ ਅੰਦਰ ਮੇਰੇ ਸਾਹਿਬ ਜੀ ਨੇ ਉਹਨਾਂ ਕਰਮ ਕਾਂਡੀਆਂ ਦਾ ਜ਼ਿਕਰ ਕਰਦੇ ਆ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਲੋਕ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਦੇ ਵਾਸਤੇ ਮਲੀਨ ਹੱਠ ਕਰਕੇ ਤੁਰੇ ਉਹਨਾਂ ਨੂੰ ਪਰਮਾਤਮਾ ਦੀ ਕੋਈ ਪ੍ਰਾਪਤੀ ਨਾ ਹੋਈ। ਤੇ ਮੈਂ ਦੋਨਾਂ ਹੱਠਾਂ ਦਾ ਜ਼ਿਕਰ ਕੀਤਾ ਸੀ ਜੋ ਭਾਈ ਕਾਹਨ ਸਿੰਘ ਨਾਭਾ ਨੇ ਅਰਥ ਕੀਤੇ ਨੇ। ਮਲੀਨ ਹੱਠ ਦਾ ਮਤਲਬ ਹੁੰਦਾ ਕਰਮ ਕਾਂਡਾਂ ਨੂੰ ਉਸੇ ਤਰ੍ਹਾਂ ਹੀ ਕਰੀ ਜਾਣਾ, ਕੋਈ ਤਬਦੀਲੀ ਨਾ ਲਿਆਉਣੀ, ਪਤਾ ਹੁੰਦਿਆਂ ਹੋਇਆਂ ਵੀ। ਮਲੀਨ ਹੱਠ ਉੱਤਮ ਦਾ ਮਤਲਬ ਹੁੰਦਾ ਜਦੋਂ ਅਸਲੀਅਤ ਦਾ ਪਤਾ ਚੱਲ ਜਾਏ, ਉਸ ਅਸਲੀਅਤ ਉੱਤੇ ਚੱਲਦਿਆਂ ਹੋਇਆਂ ਤੇ ਜ਼ਿੰਦਗੀ ਦੀ ਜਾਨ ਦੀ ਬਾਜੀ ਵੀ ਕਿਉਂ ਨਾ ਲਾ ਦਿੱਤੀ ਜਾਵੇ। ਮੈਂ ਸਮਝਦਾ ਕਿ ਕੀ ਜੇ ਸੰਤ ਜਰਨੈਲ ਸਿੰਘ ਦੇ ਕੋਲੇ ਹੱਠ ਨਾ ਹੁੰਦਾ ਤੇ ਕੀ ਇੰਨੀ ਆਈ ਫੌਜ ਦਾ ਮੁਕਾਬਲਾ ਇਹ ਕਰ ਸਕਦੇ ਸਨ? ਸੰਤ ਜਰਨੈਲ ਸਿੰਘ ਕੋਲੇ ਹਾਥੀ ਸੀ, ਅਸਲ ਵਿੱਚ ਉਹ ਹਾਥੀ ਸੀ ਜਿਹੜਾ ਉਹਨਾਂ ਨੂੰ ਸ਼ਹਾਦਤ ਤੱਕ ਲੈ ਗਿਆ। ਉਹ ਹਾਥੀ ਸੀ ਜਿਹੜਾ ਹਿੰਦੁਸਤਾਨ ਦੀ ਫੌਜ ਦੇ ਨਾਲ ਕੁਝ ਗਿਣਤੀ ਦੇ ਸਿੰਘ ਜਿਹੜੇ ਸਨ ਮੁਕਾਬਲਾ ਕਰ ਗਏ, ਤਾਂ ਹਾਥੀ ਸੀ ਨਾ। ਕਿੰਨੀਆਂ ਉਦਾਹਰਨਾਂ ਤੇ ਪ੍ਰਮਾਣ ਦਿੱਤੇ ਜਾਣ। ਸਮੇਂ ਦੇ ਵਿੱਚ ਰਹਿ ਕੇ ਮੈਂ ਸਮਾਪਤੀ ਕਰਨੀ ਚਾਹੁੰਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅੱਜ ਦੀ ਪਾਵਨ ਪੌੜੀ ਵਿੱਚ ਮੇਰੇ ਸਾਹਿਬ ਕਿਰਪਾ ਕਰਦੇ ਨੇ, ਸੱਚਾ ਅਲਖ ਆਪੇਓ ਹੱਠ ਨਾ ਭਤੀਜਈ। ਇੱਥੇ ਮਲੀਨ ਹੱਠ ਦਾ ਜ਼ਿਕਰ ਹੈ। ਸਾਹਿਬ ਕਹਿੰਦੇ ਨੇ ਭਾਈ ਉਹ ਸੱਚਾ ਪਰਮਾਤਮਾ ਪਰਮੇਸ਼ਰ ਜਿਹੜਾ ਹੈ ਜਿਹਦਾ ਭੇਦ ਨਹੀਂ ਜਾਣਿਆ ਜਾ ਸਕਦਾ, ਉਸ ਪਰਮਾਤਮਾ ਨੂੰ ਜੇ ਕੋਈ ਕਵੇ ਮੈਂ ਹੱਠ ਕਰਕੇ
ਜਲ ਧਾਰੇ ਕਰਕੇ ਧੂਣੀਆਂ ਤਪਾ ਕੇ ਜਾਂ ਕਸ਼ਟ ਦੇ ਕੇ ਸਰੀਰ ਨੂੰ ਉਹਦੀ ਪ੍ਰਾਪਤੀ ਕਰ ਲਵਾਂ, ਇਸ ਤਰ੍ਹਾਂ ਪਰਮਾਤਮਾ ਨਹੀਂ ਭਤੀਜਦਾ, ਇਸ ਤਰ੍ਹਾਂ ਉਹਦੀ ਪ੍ਰਾਪਤੀ ਨਹੀਂ ਹੁੰਦੀ। ਸਾਹਿਬ ਕਹਿੰਦੇ ਇੱਕ ਗਾਵਹਿ ਰਾਗ ਪਰੀਆਂ ਰਾਗ ਨਾ ਭੀਜਈ। ਹੁਣ ਸਤਿਗੁਰੂ ਮਹਾਰਾਜ ਜੀ ਇੱਥੇ ਸ਼ਬਦ ਵਰਦੇ ਨੇ ਵੀ ਇੱਕ ਉਹ ਲੋਕ ਨੇ, ਇੱਥੇ ਰਾਗ ਪਰੀਆਂ ਤੋਂ ਭਾਵ ਹੈ ਕਿ ਜਿਹੜੇ ਰਾਸ ਧਾਰੀਏ ਸਨ ਉਹ ਕਰਦੇ ਕੀ ਸਨ। ਆਸਾ ਦੀ ਵਾਰ ਅਸੀਂ ਰੋਜ਼ ਸੁਣਦੇ ਹਾਂ, ਉਹਦੇ ਵਿੱਚ ਮੇਰੇ ਸਾਹਿਬ ਜੀ ਕਹਿੰਦੇ ਨੇ ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾ ਝਾਟੈ ਪਾਏ ਵੇਖੈ ਲੋਕ ਹਸੈ ਕਰ ਜਾਏ ਰੋਟੀਆਂ ਕਾਰਨ ਪੂਰੈ ਤਾਲ ਆਪ ਪਛਾੜੈ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੇ ਰਾਮ। ਸਤਿਗੁਰੂ ਮਹਾਰਾਜ ਜੀ ਕਹਿੰਦੇ ਭਈ ਜਿਹੜੇ ਉਹ ਲੋਕ ਸਨ ਆਪਣੇ ਸਿਰਾਂ ਦੇ ਵਿੱਚ ਆਪਣੇ ਪੈਰਾਂ ਦੇ ਨਾਲ ਉਡਾ ਕੇ ਸਵਾਹ ਵੀ ਪਾਉਂਦੇ ਨੇ। ਲੋਕ ਆਉਂਦੇ ਨੇ ਉਹਨਾਂ ਰਾਸ ਧਾਰੀਆਂ ਨੂੰ ਵੇਖ ਕੇ ਚਲੇ ਜਾਂਦੇ, ਕੋਈ ਰਾਮ ਬਣਦਾ, ਕੋਈ ਕ੍ਰਿਸ਼ਨ ਬਣਦਾ, ਕੋਈ ਸੀਤਾ ਬਣਦਾ, ਕੋਈ ਬਣਦਾ ਹੈ। ਸਾਹਿਬ ਜੀ ਕਹਿੰਦੇ ਪਰ ਕਾਦੇ ਵਾਸਤੇ ਕਰਦੇ ਨੇ? ਰੋਟੀਆਂ ਕਾਰਨ, ਕਹਿਣ ਲੱਗੇ ਪੇਟ ਦੀ ਵਾਸਤੇ, ਆਪਣੇ ਪੇਟ ਦੇ ਅੰਦਰ ਭੁੱਖ ਨੂੰ ਮਿਟਾਉਣ ਵਾਸਤੇ ਇਹ ਕਰਮ ਕਾਂਡ ਕਰਦੇ ਹੋਏ ਆਪਣੇ ਸਿਰਾਂ ਵਿੱਚ ਸਵਾਹਾਂ ਪਾਉਂਦੇ ਨੇ ਪੈਰਾਂ ਨਾਲ ਉਡਾ ਕੇ। ਸਾਹਿਬ ਕਹਿੰਦੇ ਜੇ ਇਸੇ ਤਰ੍ਹਾਂ ਹੀ ਰੱਬ ਮਿਲਦਾ ਹੋਵੇ ਤੇ ਇਹਨੂੰ ਪ੍ਰਾਪਤੀ ਨਹੀਂ ਕਿਹਾ ਨੱਚਨ ਕੁੱਦਨ ਮਨ ਕਾ ਚਾਓ ਨਾਨਕ ਜਿਨ ਮਨ ਭਾਓ ਤੇ ਨਾ ਮਨ ਭਾਓ। ਭਈ ਇਹ ਤਾਂ ਨੱਚਨ ਕੁੱਦਨ ਇੱਕ ਇਹਨਾਂ ਦੇ ਸ਼ੌਂਕ ਹੋ ਸਕਦਾ ਮਨ ਦਾ, ਇਹਦੇ ਨਾਲ ਰੱਬ ਦੀ ਪ੍ਰਾਪਤੀ ਕੋਈ ਨਹੀਂ ਹੈ। ਇੱਥੇ ਸਾਹਿਬ ਜੀ ਕਹਿੰਦੇ ਨੇ ਜਿਹੜੇ ਲੋਕ ਕੇਵਲ ਇਹ ਕਹਿੰਦੇ ਆ ਕਿ ਅਸੀਂ ਰਾਗ ਵਿਦਿਆ ਵਿੱਚ ਬੜੇ ਮਾਰ ਹਾਂ, ਪਰ ਜੇ ਉਹਨਾਂ ਰਾਗਾਂ ਦੇ ਨਾਲ ਉਸ ਨਿਰੰਕਾਰ ਦੀ ਸਿਫਤੀ ਨਾ ਕੀਤੀ ਗਈ ਤੇ ਦੱਸੋ ਇਸ ਰਾਗ ਦਾ ਲਾਭ ਵੀ ਕੀ ਹੋਇਆ। ਅੱਜ ਇਹ ਸਾਡੇ ਵਿੱਚੋਂ ਜਿਹੜੀ ਪ੍ਰਥਾ ਹੈ ਇਹ ਹੌਲੀ ਹੌਲੀ ਖਤਮ ਹੁੰਦੀ ਜਾ ਰਹੀ ਹੈ। ਫਿਲਮੀ ਧੁਨਾਂ ਉੱਤੇ ਕੀਰਤਨ ਆ ਗਿਆ, ਫਿਲਮੀ ਧੁਨਾਂ ਉੱਤੇ ਢਾਡੀ ਵਾਰਾਂ ਆ ਗਈਆਂ ਨੇ। ਆਪਾਂ ਸਾਰਾ ਕੁਝ ਦੇਖਦੇ ਹਾਂ ਕਿ ਢਾਡੀ ਵਾਰਾਂ ਵੀ ਫਿਲਮੀ ਧੁਨਾਂ 'ਤੇ ਚੱਲਦੀਆਂ ਨੇ। ਕੀਰਤਨ ਵੀ ਚਲੋ ਜਿਨ੍ਹਾਂ ਤੇ ਮਹਾਰਾਜ ਦੀ ਬਖਸ਼ਿਸ਼ ਹੈ, ਰਾਗੀ ਸਿੰਘਾਂ ਤੇ ਜਿਨ੍ਹਾਂ ਨੂੰ ਪਤਾ ਹੈ, ਗਿਆਨ ਹੈ, ਸਮਝ ਸੂਝ ਬੂਝ ਹੈ, ਉਹ ਤਾਂ ਹੈ, ਪਰ ਬਹੁ ਗਿਣਤੀ ਆਪਾਂ ਜੇ ਦੇਖਦੇ ਹਾਂ ਤੇ ਉਹ ਫਿਲਮੀ ਧੁਨਾਂ ਦੇ ਉੱਤੇ ਜਿਹੜਾ ਹੈ ਇਹ ਕੀਰਤਨ ਕੀਤੇ ਜਾ ਰਹੇ। ਸਾਹਿਬ ਨੇ ਰਾਗ ਦੀ ਮਹਾਨਤਾ ਵੀ ਦੱਸੀ ਹੈ, ਪਰ ਨਾਲ ਹੀ ਸਾਹਿਬ ਜੀ ਇਹ ਕਹਿੰਦੇ ਨੇ ਜੇ ਇਸ ਰਾਗ ਦੇ ਨਾਲ ਗੰਦੇ ਗੀਤ ਗਾਏ ਗਏ, ਜਿਸ ਇਸ ਰਾਗ ਦੇ ਨਾਲ ਪ੍ਰਭੂ ਦੀ ਸਿਫਤ ਕੀਰਤੀ ਨਾ ਕੀਤੀ ਗਈ ਤਾਂ ਸਾਹਿਬ ਜੀ ਕਹਿੰਦੇ ਨੇ ਇਸ ਤਰ੍ਹਾਂ ਵੀ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਗੀ। ਰਾਗ ਦੇ ਮਾਰ ਹੋ ਕੇ ਉਸ ਰਾਗ ਨਾਲ ਨਿਰੰਕਾਰ ਦੇ ਗੁਣ ਗਾਣ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਸਾਹਿਬ ਕਹਿੰਦੇ ਇੱਕ ਨੱਚ ਨੱਚ ਪੂਰਹਿ ਤਾਲ ਭਗਤ ਨਾ ਕੀਜਈ। ਸਾਹਿਬ ਕਹਿੰਦੇ ਕੋਈ ਨੱਚਦਾ ਟੱਪਦਾ ਹੈ, ਇਹ ਭਗਤੀ ਤੁਸੀਂ ਵੇਖੋ ਅੱਜ ਮੀਡੀਏ ਦਾ ਯੁੱਗ ਹੈ, ਤੁਹਾਨੂੰ ਬਹੁਤ ਕੁਝ ਐਸਾ ਮਿਲ ਸਕਦਾ ਹੈ ਕਿ ਜਿਹੜੇ ਲੋਕ ਅੱਜ ਵੀ ਆਪਣੇ ਗੁਰੂ ਦੇ ਸਾਹਮਣੇ ਨੱਚਦੇ ਟੱਪਦੇ ਨੇ। ਜੇ ਮੈਂ ਕਹਿ ਦੇਵਾਂ ਕਿ ਜਿਨ੍ਹਾਂ ਨੂੰ ਨਾਮਧਾਰੀਏ ਕਿਹਾ ਜਾਂਦਾ ਹੈ, ਉਹ ਤੁਸੀਂ ਦੇਖੋ ਉਹਨਾਂ ਦੀਆਂ ਵੀਡੀਓ ਸਾਰੀਆਂ ਨੈੱਟ ਉੱਤੇ ਪਈਆਂ ਹੋਈਆਂ ਨੇ, ਤੁਸੀਂ ਦੇਖ ਵੀ ਸਕਦੇ ਹੋ ਵੀ ਮੈਂ ਕੋਲੋਂ ਨਹੀਂ ਕੁਝ ਕਹਿ ਰਿਹਾ। ਉਹ ਆਪਣੇ ਬਾਬੇ ਦੇ ਸਾਹਮਣੇ ਵਾਲ ਖਿਲਾਰ ਕੇ ਨੱਚਦੇ ਨੇ, ਪੁੜਕਦੇ ਨੇ, ਭੰਗੜੇ ਪਾਉਂਦੇ ਨੇ। ਤੇ ਸਾਹਿਬ ਜੀ ਅੱਜ ਦੀ ਪੰਕਤੀ ਵਿੱਚ ਕਹਿੰਦੇ ਵੀ ਇਹ ਕੋਈ ਭਗਤੀ ਥੋੜ੍ਹਾ ਹੈ। ਭਗਤ ਨਾ ਹੋ ਬਈ ਤੱਤੇ ਨੂੰ ਸਿਹਾਰੀ ਹੈ, ਇਹ ਕੋਈ ਭਗਤੀ ਨਹੀਂ ਹੈ। ਤੇ ਸਾਡੇ ਖਿਮਾ ਮੈਨੂੰ ਜ਼ਰੂਰ ਕਰ ਦਿਓ ਜੇ ਕਦੇ ਕਦੇ ਸਾਡੇ ਵਿੱਚ ਵੀ ਕੁਝ ਨਾ ਕੁਝ ਅਜਿਹਾ ਹੋਣ ਲੱਗ ਪੈਂਦਾ ਹੈ। ਤੁਸੀਂ ਕਈ ਵਾਰ ਦੇਖੋ ਸਾਡੇ ਵਿੱਚ ਵੀ ਕਈ ਲੋਕ ਜਦੋਂ ਵਾਹਿਗੁਰੂ ਦਾ ਸਿਮਰਨ ਇੰਨੀ ਸਪੀਡ ਵਿੱਚ ਕਰਦੇ ਆ, ਪੱਗਾਂ ਲੈ ਜਾਂਦੀਆਂ, ਵੇਖ ਸਕਦੇ ਤੁਸੀਂ ਸਾਰਾ ਕੁਝ ਨੈੱਟ ਦੇ ਉੱਤੇ, ਪੱਗਾਂ ਲੈ ਜਾਂਦੀਆਂ ਨੇ, ਬੁਰੇ ਹਾਲ ਹੋ ਜਾਂਦੇ ਨੇ, ਕੋਈ ਸਮਝ ਨਹੀਂ ਲੱਗਦੀ ਵੀ ਇਹ ਵਾਹਿਗੁਰੂ ਬੋਲਦੇ ਕਿ ਕੀ ਬੋਲਦੇ ਪਏ ਨੇ। ਇਹਨੂੰ ਇਸ ਭਗਤੀ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਸਾਹਿਬ ਜੀ ਕਹਿੰਦੇ ਨੇ ਸਹਿਜ ਵਿੱਚ ਆਨੰਦ ਵਿੱਚ ਪਰਮਾਤਮਾ ਦਾ ਨਾਮ ਜਪੋ। ਕੀ ਤੁਹਾਡੇ ਮਗਰ ਕੋਈ ਪਿਆ ਹੈ ਕਿ ਤੁਸੀਂ ਇੰਨੀ ਸਪੀਡ ਦੇ ਵਿੱਚ ਬੋਲਣਾ ਕਿ ਪਤਾ ਹੀ ਨਾ ਲੱਗੇ ਕਿਸੇ ਨੂੰ। ਬੇਨਤੀ ਕਰ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਵੀ ਤੁਹਾਨੂੰ ਕਈ ਲੋਕ ਐਸੇ ਜਿਹੜੇ ਹੈ ਪ੍ਰਭ ਮਿਲਣੇ ਕਾ ਚਾਓ, ਇੱਥੇ ਇੱਕ ਜਿਹੜਾ ਚੱਲਿਆ ਸੀ ਨਵਾਂ ਹੀ ਪੰਥ, ਉਹਨਾਂ ਦੇ ਤੁਸੀਂ ਦੇਖੋ ਵਾਲ ਖਿਲਾਰ ਲੈਂਦੇ ਹੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ, ਵਾਲ ਖਿਲਾਰ ਲੈਂਦੇ ਹੈ, ਵਾਲ ਖਿਲਰ, ਪੱਗਾਂ ਕਿਤੇ ਪਈਆਂ ਨੇ, ਵਾਲ ਖਿਲਰੇ ਪਏ, ਤੇ ਗੁਰੂ ਸਾਹਿਬ ਅੱਜ ਤੇ ਰੋਕਦੇ ਪਏ ਨੇ। ਇਹ ਭਗਤੀ ਨਹੀਂ। ਗੁਰੂ ਸਾਹਿਬ ਜੀ ਕਹਿੰਦੇ ਨਾ ਭਾਈ ਆਪਣੇ ਮਾਲਕ ਦੇ ਦਰ ਉੱਤੇ ਆ ਕੇ ਇਸ ਤਰ੍ਹਾਂ ਦੇ ਨੱਚਣਾ ਟੱਪਣਾ ਭੁੜਕਣਾ, ਸਾਹਿਬ ਜੀ ਕਹਿੰਦੇ ਨੇ ਇਹਦੇ ਨਾਲ ਪ੍ਰਭੂ ਪਰਮਾਤਮਾ ਖੁਸ਼ ਨਹੀਂ ਹੁੰਦਾ। ਪਰਮਾਤਮਾ ਦੀ ਭਗਤੀ ਇਸ ਤਰ੍ਹਾਂ ਨਹੀਂ ਹੋ ਸਕਦੀ। ਸਾਹਿਬ ਜੀ ਕਹਿੰਦੇ ਨੇ ਕਿ ਕਿਰਪਾ ਕਰਦੇ ਨੇ ਇੱਕ ਅੰਨ ਨਾ ਖਾਹੇ ਮੂਰਖ ਤਿਨਾ ਕਿਆ ਕੀਜਈ। ਹੁਣ ਗੁਰਬਾਣੀ ਦਾ ਹੀ ਸ਼ਬਦ ਹੈ ਗੁਰਮੁਖੋ। ਸਾਹਿਬ ਜੀ ਕਹਿੰਦੇ ਸ਼ਬਦ ਵਰਤਿਆ ਮੂਰਖ। ਸਾਹਿਬ ਕਹਿੰਦੇ ਜੇ ਕੋਈ ਬੰਦਾ ਇਹ ਕਵੇ ਵੀ ਮੈਂ ਅੰਨ ਛੱਡਿਆ ਹੈ ਤੇ ਰੱਬ ਦੀ ਪ੍ਰਾਪਤੀ ਇਹਦੇ ਨਾਲ ਨਹੀਂ ਹੋ ਸਕਦੀ। ਛੋੜੈ ਅੰਨ ਕਰੈ ਪਖੰਡ ਨਾ ਸੁਹਾਗਣ ਨਾ ਹੋਏ ਰੰਡ ਅੰਨੇ ਬਿਨਾ ਨਾ ਹੋਏ ਸੁਕਾਲ ਤਜੇ ਅੰਨ ਨਾ ਮਿਲੇ ਗੋਪਾਲ। ਸਾਹਿਬ ਜੀ ਕਹਿੰਦੇ ਵੀ ਅੰਨ ਛੱਡਣ ਨਾਲ ਥੋੜਾ ਰੱਬ ਦੀ ਪ੍ਰਾਪਤੀ ਹੋ ਸਕਦੀ। ਇੱਕ ਸ਼ਬਦ ਹੋਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੇਰੇ ਸਾਹਿਬ ਜੀ ਕਹਿੰਦੇ ਨੇ ਕਈ ਵਾਰ ਤੁਸੀਂ ਭੁਲੇਖਾ ਖਾ ਜਾਂਦੇ ਹੋ ਕਿ ਜੇ ਕੋਈ ਕਵੇ ਕਿ ਦੇਖੋ ਜੀ ਸਾਡੇ ਬਾਬਾ ਜੀ ਤਾਂ ਰੋਟੀ ਨਹੀਂ ਖਾਂਦੇ
ਤੇ ਸਤਿਗੁਰੂ ਮਹਾਰਾਜ ਕਹਿੰਦੇ ਕੀ ਤੁਹਾਨੂੰ ਪਤਾ ਵੀ ਉਹ ਰੋਟੀ ਨਹੀਂ ਖਾਂਦੇ ਤੇ ਕੀ ਖਾ ਰਹੇ ਨੇ। ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ। ਸਾਹਿਬ ਜੀ ਕਹਿੰਦੇ ਜਗ ਮੈਂ ਬਗਤੇ ਦੁੱਧਾ ਧਾਰੀ, ਜਿਹੜੇ ਕਹਿੰਦੇ ਵੀ ਅਸੀਂ ਤਾਂ ਜਿਹੜਾ ਹੈ ਉਹ ਦੁੱਧ ਹੀ 2 ਘੁੱਟਾਂ ਪੀਂਦੇ ਆ, ਬਾਕੀ ਹੋਰ ਕੁਝ ਨਹੀਂ ਖਾਂਦੇ। ਤੇ ਸਾਹਿਬ ਕਹਿੰਦੇ ਗੁਪਤੀ ਖਾਵੇਂ ਵਟਕਾ ਸਾਰੀ, ਵੀ ਗੁਪਤ ਰੂਪ ਦੇ ਵਿੱਚ ਪਿੰਨੀਆਂ ਬਣਾ ਕੇ ਖਾਈ ਜਾਂਦੇ ਹੋ, ਕਿਹੜਾ ਕਿਸੇ ਨੂੰ ਪਤਾ ਲੱਗਦਾ ਹੈ। ਸਾਹਿਬ ਜੀ ਕਹਿੰਦੇ ਵੀ ਪਖੰਡ ਹੈ, ਇਹਦੇ ਨਾਲ ਰੱਬ ਨਹੀਂ ਮਿਲ ਸਕਦਾ। ਇੱਕ ਅੰਨ ਨਾ ਖਾਹੈ ਮੂਰਖ ਤਿਨਾ ਕਿਆ ਕੀਜਈ, ਇੱਥੇ ਕਿਆ ਕੀਜੀ ਪ੍ਰਸ਼ਨ ਚਿੰਨ੍ਹ ਹੈ। ਸਾਹਿਬ ਕਹਿੰਦੇ ਕੀ ਕਰੀਏ ਉਹਨਾਂ ਲੋਕਾਂ ਦਾ ਵੀ 36 ਪ੍ਰਕਾਰ ਦੇ ਭੋਜਨ ਹੁੰਦਿਆਂ ਆ ਵੀ ਨਹੀਂ ਅੰਨ ਖਾਂਦੇ, ਦੱਸੋ ਉਹਨਾਂ ਦਾ ਕੀ ਇਲਾਜ ਕੀਤਾ ਜਾਏ। ਤ੍ਰਿਸ਼ਨਾ ਹੋਈ ਬਹੁਤ ਕਿਵੇਂ ਨਾ ਧੀਜਈ, ਸਾਹਿਬ ਕਹਿੰਦੇ ਪਰ ਅੰਦਰ ਦੀ ਤ੍ਰਿਸ਼ਨਾ ਜਿਹੜੀ ਹੈ ਇਹ ਤਾਂ ਨਹੀਂ ਮਿਟਦੀ, ਅੰਨ ਨਾ ਛੱਡਣ ਨਾਲ ਅੰਦਰ ਦੀ ਤ੍ਰਿਸ਼ਨਾ, ਵਿਕਾਰਾਂ ਦੀ ਤ੍ਰਿਸ਼ਨਾ, ਉਹ ਅੱਗ ਤਾਂ ਨਹੀਂ ਅੰਦਰੋਂ ਮਰਦੀ। ਸਾਹਿਬ ਜੀ ਕਹਿੰਦੇ ਨੇ ਅੰਦਰ ਨੂੰ ਧੀਰਜ ਕਿਵੇਂ ਆ ਸਕਦਾ ਹੈ, ਅੰਦਰ ਦੀ ਸਗੋਂ ਲਾਲਚ ਤ੍ਰਿਸ਼ਨਾ ਤੇ ਹੋਰ ਵੱਧਦੀ ਹੈ ਕਿ ਮੈਂ ਅੰਨ ਨਹੀਂ ਖਾਧਾ, ਇਹ ਵੀ ਹਉਮੈ ਹੀ ਬਣ ਜਾਂਦੀ, ਹੰਕਾਰ ਹੀ ਬਣ ਜਾਂਦਾ ਅੰਦਰ। ਤੋਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਤ੍ਰਿਸ਼ਨਾ ਨਹੀਂ ਮਰਦੀ ਇਸ ਤਰ੍ਹਾਂ। ਕਰਮ ਵਧੈ ਕੈ ਲੋ ਖਪ ਮਰੀ ਜਾਈ, ਸਾਹਿਬ ਜੀ ਕਹਿੰਦੇ ਨੇ ਐਸੇ ਜੀਵ ਆਖਿਰਕਾਰ ਖੱਪ ਕੇ ਮਰ ਜਾਂਦੇ ਨੇ ਪਰ ਅਸਲੀਅਤ ਤੱਕ ਪਹੁੰਚਦੇ ਨਹੀਂ ਕਰਮਕਾਂਡੀ ਲੋਕ। ਅਖੀਰਲੀਆਂ ਪੰਕਤੀਆਂ ਵਿੱਚ ਸਾਹਿਬ ਕਹਿੰਦੇ ਲਾਹਾ ਨਾਮ ਸੰਸਾਰ ਅੰਮ੍ਰਿਤ ਪੀਜਈ, ਐ ਭਾਈ ਕਰਮਕਾਂਡ ਛੱਡ ਕੇ ਪ੍ਰਭੂ ਪਰਮਾਤਮਾ ਦਾ ਨਾਮ ਅੰਮ੍ਰਿਤ ਜਿਹੜਾ ਹੈ ਇਹਨੂੰ ਛਕੋ। ਪਰਮਾਤਮਾ ਵਾਹਿਗੁਰੂ ਦੇ ਨਾਮ ਨਾਲ ਇਸ ਸੰਸਾਰ ਵਿੱਚ ਜੇ ਕੋਈ ਮਨੁੱਖ ਪਰਮਾਤਮਾ ਦੇ ਨਾਮ ਨਾਲ ਜੁੜਦਾ ਹੈ, ਪਰਮੇਸ਼ਰ ਦੇ ਨਾਮ ਨਾਲ ਜੁੜਦਾ ਹੈ, ਨਾਮ ਅੰਮ੍ਰਿਤ ਨੂੰ ਚੱਖਦਾ ਹੈ, ਪੀਂਦਾ ਹੈ, ਤੇ ਸਾਹਿਬ ਜੀ ਦੇ ਉਹਦੇ ਬਾਰੇ ਕਹਿ ਦਿੱਤਾ ਹਰ ਭਗਤੀ ਅਸਨੇ ਗੁਰਮੁਖ ਕੀ ਜਾਈ। ਇਹ ਹੈ ਅਸਲ ਵਿੱਚ ਭਗਤੀ। ਸਤਿਗੁਰੂ ਮਹਾਰਾਜ ਜੀ ਕਹਿੰਦੇ ਕਿ ਭਾਈ ਹਰੀ ਦੀ ਭਗਤੀ ਇਹ ਹੈ ਪਿਆਰ ਦੇ ਨਾਲ, ਜਿਹੜਾ ਪ੍ਰੇਮ ਕਰਨਾ ਪਰਮਾਤਮਾ ਨਾਲ, ਸਨੇਹ ਕਰਨਾ, ਉਹਨੂੰ ਪਿਆਰ ਕਰਨਾ ਪਰਮਾਤਮਾ ਨੂੰ। ਸਾਹਿਬ ਕਹਿੰਦੇ ਫਿਰ ਉਹਦੇ ਪਿਆਰ ਦੇ ਵਿੱਚ ਜਦੋਂ ਕੋਈ ਜੀਵ ਪੈ ਜਾਵੇ ਫਿਰ ਉਹਨੂੰ ਹੱਠ ਕਰਨ ਦੀ, ਅੰਨ ਛੱਡਣ ਦੀ, ਤਨ ਦੇ ਬਸਤਰ ਤਿਆਗਣ ਦੀ, ਉਹਨੂੰ ਨੱਚਣ ਟੱਪਣ ਦੀ ਜ਼ਰੂਰਤ ਨਹੀਂ ਪੈਂਦੀ। ਉਹ ਤੇ ਉਹਦੀ ਰਜ਼ਾ ਵਿੱਚ ਰਹਿੰਦਿਆਂ ਹੋਇਆਂ ਸਾਹਿਬ ਜੀ ਕਹਿੰਦੇ ਨੇ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੈ, ਸੇ ਉਹ ਤੇ ਆਪਣੀ ਦਸੋਂ ਨਵਾਂ ਦੀ ਕਿਰਤ ਕਰਦਾ ਹੈ, ਉਹਦੇ ਨਾਲ ਹੀ ਪ੍ਰਮਾਤਮਾ ਦੇ ਨਾਮ ਨੂੰ ਜਪਦਾ ਹੈ। ਉਹ ਆਪਣਾ ਲੋਕ ਵੀ ਸਵਾਰ ਲੈਂਦਾ ਹੈ ਤੇ ਪਰਲੋਕ ਵੀ ਸਵਾਰ ਲੈਂਦਾ ਹੈ। ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ। ਭਾਈ ਕਰਮਕਾਂਡਾਂ ਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ। ਰੱਬ ਦੀ ਪ੍ਰਾਪਤੀ ਤਾਂ ਉਸ ਦੇ ਬਚਨਾਂ ਨੂੰ ਸਹੀ ਰੂਪ ਦੇ ਵਿੱਚ ਸਮਝ ਕੇ ਤੇ ਕਰਮਕਾਂਡਾਂ ਦਾ ਤਿਆਗ ਕਰਕੇ ਆਪਣਾ ਮਨ ਗੁਰੂ ਨੂੰ ਸਮਰਪਿਤ ਕਰਕੇ, ਕਿਸੇ ਤਰ੍ਹਾਂ ਦਾ ਕੋਈ ਹੱਠ, ਹਾਂ ਉੱਤਮ ਹੱਠ ਜਿਹਦਾ ਮੈਂ ਜ਼ਿਕਰ ਕੀਤਾ ਉਹ ਜ਼ਰੂਰ ਕਰਨਾ ਹੈ। ਅੰਮ੍ਰਿਤ ਵੇਲੇ ਉੱਠਣ ਦਾ ਹੱਠ ਹੈ, ਸਤਸੰਗਤ ਵਿੱਚ ਆਉਣ ਦਾ ਹੱਠ ਹੈ, ਬਾਣੀ ਪੜ੍ਹਨ ਦਾ ਹੱਠ ਹੈ। ਇਹ ਨੇ ਉੱਤਮ ਹੱਠ ਵੀ ਅਸੀਂ ਗੁਰੂ ਦਾ ਸਿਧਾਂਤ ਨਹੀਂ ਛੱਡਣਾ, ਬਾਣੀ ਨਹੀਂ ਛੱਡਣੀ, ਸਤਸੰਗਤ ਨਹੀਂ ਛੱਡਣੀ, ਅੰਮ੍ਰਿਤ ਵੇਲਾ ਨਹੀਂ ਛੱਡਣਾ। ਇਹ ਹੱਠ ਗੁਰਮਤਿ ਵਿੱਚ ਪ੍ਰਵਾਨ ਹੁੰਦੇ ਵੀ ਸਿਧਾਂਤ ਉੱਤੇ ਦ੍ਰਿੜ ਰਹਿਣਾ ਹੈ। ਸਾਹਿਬ ਕਹਿੰਦੇ ਇਹ ਹੱਠ ਗੁਰੂ ਕੋਲੋਂ ਮੰਗਦੇ ਰਹੀਏ। ਉਹਨਾਂ ਨੂੰ ਹੀ ਅਸੀਂ ਅਰਦਾਸ ਵਿੱਚ ਯਾਦ ਕਰਦੇ ਹਾਂ ਕਿ ਹੱਠੀਆਂ ਜਪੀਆਂ ਤਪੀਆਂ ਉਹਨਾਂ ਨੂੰ ਯਾਦ ਕੀਤਾ ਜਾਂਦਾ। ਗੁਰੂ ਮਹਾਰਾਜ ਜੀ ਕਿਰਪਾ ਕਰਨ। ਗਰੀਬ ਨਿਵਾਜ ਪਾਤਸ਼ਾਹ ਸ਼ਬਦ ਵਿਚਾਰ ਕਰਦੇ ਆ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਟੁੱਟਾਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣਯੋਗ ਹੈ, ਭੁੱਲ ਚੁੱਕ ਦੀ ਖਿਮਾ ਦਿੰਦੇ ਹੋਏ ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ